गुरु जी की साजी नवाजी गुरु रूप गुरु प्यारी साध संगत जी, वाहिगुरु जी का खालसा वाहिगुरु जी की फतेह। गुरमुख प्यारे जो ਆਪਾਂ सतगुरु गुरबाणी गुरु विच उपदेश दे रहे ने, ਉਹਦੇ ਉੱਤੇ ਆਪਾਂ ਸਤਿਗੁਰਾਂ ਦੀ ਕਿਰਪਾ ਦੁਆਰਾ ਇਹ ਵਿਚਾਰ ਕਰਦੇ ਜੋ ਗੁਰਬਾਣੀ ਗੁਰੂ ਵਿੱਚ ਸਾਨੂੰ ਸਮਝਾਇਆ ਜਾ ਰਿਹਾ ਹੈ ਕਿ ਕਿਵੇਂ ਅਸੀਂ ਅਕਾਲ ਪੁਰਖ ਪਰਮੇਸ਼ਰ ਨਿਰੰਕਾਰ ਵਾਹਿਗੁਰੂ ਤੋਂ ਵਿਛੜੇ ਹਾਂ, ਕਿਵੇਂ ਅਸੀਂ ਵਾਪਸ ਫਿਰ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਅਭੇਦ ਹੋਣਾ ਹੈ, ਕਿਵੇਂ ਅਸੀਂ ਮਿਲਾਪ ਕਰਨਾ, ਇਹ ਸਾਰਾ ਆਪਾਂ ਨੂੰ ਭੇਜ ਦਿੱਤਾ ਜਾ ਰਿਹਾ ਗੁਰਬਾਣੀ ਗੁਰੂ ਵਿੱਚ ਕਿ ਸਾਡਾ ਜੋ ਮਨ ਹੈ, ਕਿਵੇਂ ਸਾਡਾ ਮਨ ਇੱਧਰ ਆ ਕੇ ਜਦੋਂ ਪਰਮਾਤਮਾ ਨਿਰੰਕਾਰ ਨੂੰ ਭੁੱਲ ਜਾਂਦਾ ਹੈ, ਇਹਦੇ ਪ੍ਰੀਤ ਬਣ ਜਾਂਦਾ। ਜਿਨ੍ਹਾਂ ਨੇ ਕਲਯੁਗ ਦੇ ਸਮੇਂ ਵਿੱਚ ਪਰਮਾਤਮਾ ਨਿਰੰਕਾਰ ਰਾਮ ਦੀ ਪਹਿਚਾਣ ਨਹੀਂ ਕੀਤੀ, ਉਹ ਸਾਰੇ ਮਨ ਮਾਰੇ ਕਹਿੰਦੇ ਵੀ ਇਹ ਕਲਯੁਗ ਦੇ ਵਿੱਚ ਪ੍ਰੀਤ। ਜਦੋਂ ਸਾਨੂੰ ਇਸ ਖੇਲ ਦੇ ਵਿੱਚ ਸਤਿਯੁਗ ਦੇ ਵਿੱਚ ਸਾਨੂੰ ਖੇਲਣ ਲਈ ਭੇਜਿਆ ਗਿਆ, ਆਪਣੇ ਮਨ ਨੂੰ ਉਦੋਂ ਪਰਮਹੰਸ ਕਹਿੰਦੇ ਸੀ। ਸਤਿਯੁਗ ਬੀਤ ਗਿਆ, ਦੁਆਪਰ ਤ੍ਰੇਤੇ ਦੇ ਵਿੱਚ ਸਾਨੂੰ ਮਾਨਸ ਕਹਿਣ ਲੱਗੇ, ਸਾਡੇ ਅੰਦਰ ਹਉਮੈ ਆ ਗਈ, ਅਸੀਂ ਫੇਰ ਨਾ ਘਰ ਵਾਪਸ ਮੁੜੇ ਤੇ ਆ ਹੁਣ ਚੌਥਾ ਯੁੱਗ ਕਲਯੁਗ ਆ ਗਿਆ। ਕਲਯੁਗ ਦੇ ਵਿੱਚ ਇਹ ਮਨ ਨੇ ਆ ਕੇ ਪ੍ਰੇਤ ਰੂਪ ਧਾਰਨ ਕਰ ਲਿਆ, ਪ੍ਰੀਤ ਬਣ ਗਈ। ਕਿਹੜੇ ਮਨ ਪ੍ਰੇਤ ਨੇ ਮਾਰੇ ਫਰਮਾਉਂਦੇ, ਕਲ ਮੈਂ ਪ੍ਰੇਤ ਜਿਨੀ ਰਾਮ ਨਾ ਪਛਾਤਾ, ਸਤਿਯੁਗ ਪਰਮਹੰਸ ਵਿਚਾਰੀ
ਦੁਆਪਰ ਤ੍ਰੇਤਾ ਮਾਨਸ ਵਰਤੇ ਵਿਰਲੇ ਹਉਮੈ ਮਾਰੀ। ਮਾਰੇ ਕਹਿੰਦੇ ਬਈ ਇਹ ਕਲਯੁਗ ਦੇ ਸਮੇਂ 'ਚ ਉਹ ਮਨ ਪ੍ਰੇਤ ਨੇ ਜਿਨ੍ਹਾਂ ਨੇ ਰਾਮ ਵਾਹਿਗੁਰੂ ਦੀ ਪਹਿਚਾਣ ਨਹੀਂ ਕੀਤੀ। ਹੁਣ ਫਿਰ ਇਹ ਸਾਰੀ ਅਵਸਥਾ ਸਾਡੇ ਮਨ ਦੀ, ਕਿਵੇਂ ਅਸੀਂ ਪਰਮਾਤਮਾ ਵਾਹਿਗੁਰੂ ਦੀ ਪਹਿਚਾਣ ਕਰਨੀ, ਕਿਵੇਂ ਅਸੀਂ ਮਿਲਾਪ ਕਰਨਾ, ਸਾਡੇ ਮਨ ਨੇ ਸੰਤ ਬਣਨਾ, ਸਾਧੂ ਭਗਤ ਗੁਰਮੁਖ ਬ੍ਰਹਮ ਗਿਆਨੀ ਬਣਨਾ, ਇਹ ਸਾਰੀ ਸਾਡੇ ਮਨ ਦੀਆਂ ਸਟੇਜਾਂ, ਮਨ ਦੀ ਅਵਸਥਾ ਆਪਾਂ ਨੂੰ ਦੱਸੀ ਜਾ ਰਹੀ ਹੈ। ਆਓ ਹੁਣ ਜੋ ਆਪਾਂ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੋ ਆਪਾਂ ਨੂੰ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਜੋ ਬ੍ਰਹਮ ਗਿਆਨੀ, ਉਸ ਬ੍ਰਹਮ ਗਿਆਨੀ ਦਾ ਆਪਾਂ ਨੂੰ ਭੇਦ ਦੇ ਰਹੇ। ਆਪਾਂ ਕੱਲ 8ਵੀਂ ਅਸ਼ਟਪਦੀ ਤੇ ਵਿਚਾਰ ਕਰ ਰਹੇ ਸੀ। 3 ਪਦਿਆਂ ਤੱਕ ਆਪਾਂ ਵਿਚਾਰ ਕੀਤੀ ਸੀ। ਇਸ ਤੋਂ ਅੱਗੇ ਸਤਿਗੁਰੂ ਜੋ ਆਪਾਂ ਨੂੰ ਫਰਮਾਨ ਕਰਦੇ, ब्रह्म ज्ञानी एक उपरास, ब्रह्म ज्ञानी का नहीं विनाश। बई जो ब्रह्म ज्ञानी ਉਹਦੀ ਜਿਹੜੀ ਆਸ ਉਹ ਇੱਕ 'ਚ ਹੀ ਹੈ, ਮਾਲਕ ਦੇ ਉੱਤੇ। ਉਹਨੇ ਕਿਸੇ ਦੂਜੇ ਤੋਂ ਆਸ ਨਹੀਂ ਲਾਈ। ਜਿਵੇਂ ਸੰਸਾਰ ਦੇ ਵਿੱਚ ਤਾਂ ਜੀਵ ਦੂਜੇ ਤੋਂ ਆਸਾਂ ਰੱਖਦਾ ਕਿ ਸਾਨੂੰ ਸੁੱਖ ਮਿਲੇਗਾ ਦੂਜੇ ਤੋਂ। ਜਿਵੇਂ ਕਿਸੇ ਨੇ ਆਸ ਰੱਖੀ ਹੈ ਵੀ ਅਸੀਂ ਜੇ ਧਨ ਜ਼ਿਆਦਾ ਇਕੱਠਾ ਕਰ ਲਾਂਗੇ ਸਾਨੂੰ ਧਨ ਤੋਂ ਸੁੱਖ ਮਿਲੇਗਾ, ਜਾਂ ਅਸੀਂ ਸੰਸਾਰ ਦੇ ਬਹੁਤੇ ਪਦਾਰਥ ਇਕੱਠੇ ਕਰ ਲਾਂਗੇ ਤਾਂ ਅਸੀਂ ਸੁਖੀ ਹੋ ਜਾਵਾਂਗੇ। ਉਹਨਾਂ ਨੇ ਇਹ ਆਸ ਲਾਈ ਹੈ। ਜਾਂ ਅਸੀਂ ਆਸ ਲਾਈ ਆਪਦੇ ਧੀਆਂ ਪੁੱਤਰਾਂ ਤੋਂ ਵੀ ਇਹ ਸਾਨੂੰ ਸੁੱਖ ਦੇਣਗੇ, ਜਾਂ ਅਸੀਂ ਆਸ ਹੋਰ ਸੰਸਾਰ ਦੇ ਵਿੱਚ ਸੰਗੀਆਂ ਸਾਥੀਆਂ ਤੋਂ ਲਾਈ। ਇਹ ਸਾਡੀਆਂ ਆਸਾਂ ਇਹ ਝੂਠੀਆਂ ਨੇ, ਕੋਈ ਸਾਨੂੰ ਸੁੱਖ ਦੇ ਨਹੀਂ ਸਕਦਾ। ਨਾ ਸਾਨੂੰ ਬਹੁਤਾ ਧਨ ਸੁੱਖ ਦੇਵੇ, ਨਾ ਸਾਨੂੰ ਸੰਸਾਰ ਦੇ ਵਿੱਚ ਸੰਸਾਰ ਦੇ ਰੰਗ ਤਮਾਸ਼ੇ ਦੇਖ ਕੇ ਸੁੱਖ ਮਿਲੇ, ਨਾ ਸਾਨੂੰ ਬਹੁਤੀਆਂ ਕਮਾਈਆਂ ਕਰਕੇ ਸੁੱਖ ਮਿਲੇ। ਮਹਾਰਾਜ ਇਸ ਲਈ ਸਾਨੂੰ ਸਮਝਾਉਂਦੇ, ਕਹਿੰਦੇ ਸੁੱਖ ਨਾ ਹੀ ਬਹੁਤਾ ਧਨ ਖਾਟੇ, ਸੁੱਖ ਨਾ ਹੀ ਪੇਖੇ ਨਿਤ ਨਾਟੇ, ਸੁੱਖ ਨਾ ਹੀ ਬਹੁਦੇਸ਼ ਕਮਾਈ, ਸਰਬ ਸੁਖਾਂ ਹਰ ਹਰ ਗੁਣ ਗਾਏ। ਕਿ ਜੀਵ ਜਿੰਨਾ ਮਰਜ਼ੀ ਧਨ ਇਕੱਠਾ ਕਰ ਲੇ, ਸੁੱਖ ਨਾ ਹੀ ਬਹੁਤਾ ਧਨ ਖਾਟੇ, ਬਹੁਤ ਧਨ ਖੱਟ ਲਵੇ ਫਿਰ ਵੀ ਨਹੀਂ ਸੁੱਖ। ਸੋ ਇਸ ਵਾਸਤੇ ਫਿਰ ਜੋ ਬ੍ਰਹਮ ਗਿਆਨੀ ਉਹਨੇ ਇੱਕ ਤੇ ਆਸ ਲਾਈ ਹੈ ਵੀ ਜੇ ਮੈਂ ਸੁਖੀ ਹੋ ਸਕਦਾ ਤਾਂ ਉਹ ਇੱਕ ਮਾਲਕ ਨਿਰੰਕਾਰ ਦੇ ਨਾਲ ਜੁੜ ਕੇ ਸੁਖੀ ਹੋ ਸਕਦਾ। ਤੇ ਜਦੋਂ ਅਸੀਂ ਉਹਦੇ ਤੇ ਆਸ ਰੱਖਦੇ ਹਾਂ ਤੇ ਉਹ ਸਾਨੂੰ ਨਿਰਾਸ਼ ਨਹੀਂ ਹੋਣ ਦਿੰਦਾ। ਦੂਜੇ ਤੇ ਸਾਡੀ ਆਸ ਰੱਖੀ ਵੀ ਸਾਨੂੰ ਨਿਰਾਸ਼ ਹੋਣਾ ਪੈਂਦਾ। ਇਸ ਲਈ ਮਹਾਰਾਜ ਕਹਿੰਦੇ, ਕਬੀਰ ਆਸਾ ਕੀਜੈ ਏਕ ਕੀ ਅਵਰੇ ਆਸ ਨਿਰਾਸ਼। ਕਿ ਜੇ ਤੁਸੀਂ ਇੱਕ ਤੋਂ ਬਿਨਾਂ ਹੋਰ ਅਵਰ ਦੂਜੇ ਤੇ ਆਸ ਰੱਖੀਏ ਤਾਂ ਤੁਹਾਨੂੰ ਨਿਰਾਸ਼ ਹੋਣਾ ਪਏ, ਕਿਉਂਕਿ ਉਹਦੇ ਵਿੱਚ ਸਾਡੇ ਮਨ ਨੂੰ ਸੁੱਖ ਨਹੀਂ ਮਿਲਣਾ। ਇਸ ਵਾਸਤੇ ਫਿਰ ਇੱਕ ਦੇ ਉੱਤੇ ਜਦੋਂ ਅਸੀਂ ਆਸ ਰੱਖਦੇ ਹਾਂ ਫਿਰ ਸਾਡੇ ਮਨ ਦੀ ਉਹ ਅਵਸਥਾ ਬਣ ਜਾਂਦੀ ਜਿਹਦੇ ਨਾਲ ਫਿਰ ਸਾਡਾ ਕਦੇ ਵਿਨਾਸ਼ ਨਹੀਂ ਹੁੰਦਾ। ਅਸੀਂ ਜਨਮ ਮਰਨ ਦੇ ਚੱਕਰ 'ਚ ਨਹੀਂ ਜਾਂਦੇ। ਮਾਲਕ ਤੇ ਆਸ ਰੱਖੀ ਹੈ ਪਰਮਾਤਮਾ 'ਚ, ਤੇ ਉਹ ਮਾਲਕ ਸਾਨੂੰ ਆਪਦੇ ਵਿੱਚ ਸਮਾ ਲੈਂਦਾ, ਆਪਦੇ ਵਿੱਚ ਹੀ ਲੀਨ ਕਰ ਲੈਂਦਾ। ਇਸ ਲਈ ਮਹਾਰਾਜ ਕਹਿੰਦੇ ਵੀ ਬ੍ਰਹਮ ਗਿਆਨੀ ਦਾ ਕਦੇ ਵਿਨਾਸ਼ ਨਹੀਂ ਹੁੰਦਾ, ਕਿਉਂਕਿ ਉਹ ਸਦਾ ਵਾਸਤੇ ਮਾਲਕ ਦੇ ਵਿੱਚ ਲੀਨ ਹੋ ਜਾਂਦਾ, ਉਹਦੇ ਵਿੱਚ ਸਮਾ ਜਾਂਦਾ। ਫਿਰ ਮਹਾਰਾਜ ਦੱਸਦੇ, ਬ੍ਰਹਮ ਗਿਆਨੀ ਕੈ ਗਰੀਬੀ ਸਮਾਹ,
ब्रह्म ज्ञानी परोपकार माह। जो ब्रह्म ज्ञानी है ਉਹਦੇ ਮਨ ਦੇ ਵਿੱਚ ਹਿਰਦੇ ਵਿੱਚ ਗਰੀਬੀ ਕੀ ਬਈ ਉਹਦੇ ਵਿੱਚ ਨਿਮਾਣਤਾ, ਉਹਦਾ ਮਨ ਹੈ ਜਿਹੜਾ ਨੀਵਾਂ ਹੋ ਜਾਂਦਾ, ਨਿਮਾਣਾ ਹੋ ਜਾਂਦਾ। ਜਦੋਂ ਸਾਡਾ ਮਨ ਨਿਮਾਣਾ ਹੋ ਗਿਆ, ਨਿਮਰਤਾ 'ਚ ਰਹੇਗਾ ਤੇ ਸਮਝ ਲਓ ਸਾਡੇ ਅੰਦਰ ਗਰੀਬੀ ਆ ਗਈ। ਫੇਰ ਮਹਾਰਾਜ ਕਹਿੰਦੇ ਵੀ ਬ੍ਰਹਮ ਗਿਆਨੀ ਜੋ ਉਹ ਸਦਾ ਪਰਉਪਕਾਰ ਕਰਦਾ, ਸਦਾ ਹੀ ਉਹ ਜੀਵਾਂ ਦਾ ਭਲਾ ਕਰਦਾ ਹੈ। ਕਿਉਂਕਿ ਜਿਹੜਾ ਵੀ ਉਹਦੇ ਪਾਸ ਆਏਗਾ, ਜਿਹੜਾ ਵੀ ਮਿਲੇਗਾ, ਉਹਨੇ ਉਹਨੂੰ ਸੁੱਖ ਦੇਣਾ। ਜਦੋਂ ਅਸੀਂ ਗੁਰਮੁਖਾਂ ਨੂੰ ਬ੍ਰਹਮ ਗਿਆਨੀ ਦੀ ਸ਼ਰਨ 'ਚ ਜਾਂਦੇ ਹਾਂ, ਸਾਡੇ ਮਨ ਨੂੰ ਸ਼ਾਂਤੀ ਆ ਜਾਂਦੀ, ਸੁੱਖ ਮਿਲ ਜਾਂਦਾ। ਜਿਵੇਂ ਫੁੱਲ ਹੁੰਦਾ ਹੈ, ਖੁਸ਼ਬੂ ਦਿੰਦਾ ਹੈ, ਉਹ ਕਿਸੇ ਨਾਲ ਕੋਈ ਵਿਤਕਰਾ ਨਹੀਂ ਕਰਦਾ। ਇਹ ਨਹੀਂ ਵੀ ਫੁੱਲ ਕਿਸੇ ਨੂੰ ਆਖੇ ਵੀ ਇਹਨੂੰ ਮੈਂ ਖੁਸ਼ਬੂ ਦੇਣੀ, ਉਹਨੂੰ ਦੇਣੀ ਨਹੀਂ। ਇਸੇ ਤਰ੍ਹਾਂ ਹੀ ਬ੍ਰਹਮ ਗਿਆਨੀ ਸਭ ਨੂੰ ਸੁੱਖ ਦਿੰਦਾ ਹੈ। ਜਿਹੜਾ ਵੀ ਉਹਦੀ ਸ਼ਰਨ 'ਚ ਆਏਗਾ, ਜਿਹੜਾ ਵੀ ਸੰਗ ਕਰੇਗਾ, ਉਹਦੇ ਮਨ ਨੂੰ ਸ਼ਾਂਤੀ ਆਏਗੀ, ਉਹਦੇ ਮਨ ਨੂੰ ਸੁੱਖ ਮਿਲੇਗਾ। ਫੇਰ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਕੈ ਨਾਹੀ ਧੰਦ, ਬ੍ਰਹਮ ਗਿਆਨੀ ਲੈ ਧਾਵਤ ਵੱਧਾ। ਵੀ ਜੋ ਬ੍ਰਹਮ ਗਿਆਨੀ ਹੈ ਉਹ ਇੱਧਰ ਬੰਧਨਾਂ ਦੇ ਵਿੱਚ ਨਹੀਂ ਹੈ, ਵਿਚਾਰਾਂ ਦੇ ਵਿੱਚ ਉਹ ਵੱਜਦਾ ਨਹੀਂ ਹੈ। ਕਿਉਂਕਿ ਇੱਧਰ ਸਾਡਾ ਮਨ ਨਹੀਂ ਤਾਂ ਮਾਇਆ ਦੇ ਵਿੱਚ ਵੱਜ ਜਾਂਦਾ, ਵਿਚਾਰਾਂ ਦੇ ਵਿੱਚ ਬੰਨਾ ਹੁੰਦਾ। ਇਹ ਬੰਨਿਆ ਹੋਣ ਕਰਕੇ ਇਹ ਵਾਰ-ਵਾਰ ਜੁੜਨਾ ਚਾਹੁੰਦਾ। ਤੇ ਮਹਾਰਾਜ ਕਹਿੰਦੇ ਵੀ ਉਹਨੂੰ ਮਾਇਆ ਦਾ ਜੰਜਾਲ ਨਹੀਂ ਹੈ, ਉਹ ਵਧਿਆ ਨਹੀਂ ਹੈ ਮਾਇਆ ਦੇ ਵਿੱਚ। ਤੇ ਆਪਣਾ ਜਿਹੜਾ ਮਨ ਹੈ ਉਸ ਨੂੰ ਉਹ ਫਿਰ ਰੋਕ ਕੇ ਰੱਖਦਾ, ਕਿਉਂਕਿ ਉਹਨੇ ਮਨ ਨੂੰ ਬੰਨ੍ਹ ਲਿਆ। ਇੱਕ ਤਾਂ ਹੈ ਸਾਡਾ ਮਨ ਆਪ ਮੁਹਾਰੇ ਭੱਜਾ ਫਿਰਦਾ, ਟਿਕਦਾ ਹੀ ਨਹੀਂ। ਕਦੇ ਇਹ ਆਕਾਸ਼ ਲੋਕ ਨੂੰ ਜਾਂਦਾ, ਕਦੇ ਪਤਾਲ ਲੋਕ ਨੂੰ ਜਾਂਦਾ। ਜਿਸ ਨੂੰ ਮਹਾਰਾਜ ਕਹਿੰਦੇ ਕਬੂ ਜੀੜਾ ਊਬ ਚੜ੍ਹਤ ਹੈ, ਕਬੂ ਜਾਈ ਪਿਆਲੇ। ਵੀ ਕਿਤੇ ਤਾਂ ਉੱਪਰ ਜਾਂਦਾ, ਕਦੇ ਥੱਲੇ ਪਤਾਲ ਲੋਕ ਨੂੰ ਜਾਂਦਾ, ਕਦੇ ਸਤੋਗੁਣੀ ਹੋ ਜਾਂਦਾ, ਕਦੇ ਤਮੋਗੁਣੀ ਹੋ ਜਾਂਦਾ, ਕਦੇ ਰਜੋਗੁਣੀ ਹੋ ਜਾਂਦਾ। ਇਹ ਇੱਕ ਥਾਂ ਤੇ ਟਿਕਦਾ ਨਹੀਂ, ਮਾਇਆ ਦੇ ਵਿੱਚ ਇਹਦੇ ਬਦਲਦਾ ਰਹਿੰਦਾ, ਮਾਇਆ ਦੇ ਵਿੱਚ ਦੌੜਦਾ ਰਹਿੰਦਾ, ਡੋਲਦਾ ਰਹਿੰਦਾ। ਜਿਸ ਵਰਤਾਏ ਮਹਾਰਾਜ ਕਹਿੰਦੇ ਨਿਸ ਦਿਨ ਮਾਇਆ ਕਾਰਨੇ ਪੁਰਾਣੀ ਡੋਲਤ ਨੀਚ। ਵੀ ਇਹ ਦਿਨ ਰਾਤ ਮਾਇਆ ਦੇ ਵਿੱਚ ਡੋਲਦਾ, ਮਾਇਆ ਦੇ ਵਿੱਚ ਸਥਿਰ ਨਹੀਂ ਹੈ। ਮਾਇਆ ਜਿਹੜੀ ਇਹਨੂੰ ਉਡਾ ਕੇ ਲੈ ਜਾਂਦੀ ਵਿਚਾਰਾਂ ਦੇ ਵਿੱਚ, ਫੁਰਨਿਆਂ ਦੇ ਵਿੱਚ। ਤੇ ਜੋ ਬ੍ਰਹਮ ਗਿਆਨੀ ਹੈ ਉਹਦਾ ਮਨ ਫਿਰ ਸਥਿਰ ਹੋ ਗਿਆ, ਉਹਨੇ ਬੰਨ੍ਹ ਲਿਆ ਮਨ, ਉਹਦਾ ਮਨ ਫਿਰ ਭੱਜਦਾ ਨਹੀਂ। ਉਹ ਆਪਦਾ ਸਹਿਜ ਦੇ ਵਿੱਚ ਹਰ ਸਮੇਂ ਇੱਕੋ ਅਵਸਥਾ ਉਸਦੀ, ਜਿਵੇਂ ਆਪਣੀ ਤਾਂ ਅਵਸਥਾ ਸੰਸਾਰ 'ਚ ਮਾਇਆ 'ਚ ਬਦਲਦੀ ਰਹਿੰਦੀ। ਕਦੇ ਜੀਵ ਸਤੋਗੁਣੀ ਹੋ ਕੇ ਬੜੀਆਂ ਸੋਹਣੀਆਂ ਗੱਲਾਂ ਕਰਦਾ, ਕਦੇ ਤਮੋਗੁਣੀ ਹੋ ਕੇ ਉਹ ਗੁੱਸੇ ਦੇ ਵਿੱਚ, ਕ੍ਰੋਧ ਦੇ ਵਿੱਚ ਫਿੱਕਾ ਬੋਲਦਾ, ਮਾੜਾ ਬੋਲਦਾ। ਸੋ ਇਸ ਤਰ੍ਹਾਂ ਥੋੜ੍ਹੇ ਥੋੜ੍ਹੇ ਸਮੇਂ ਬਾਅਦ ਇਹਦੀ ਮਨ ਦੀ ਅਵਸਥਾ ਬਦਲਦੀ ਰਹਿੰਦੀ ਮਾਇਆ ਦੇ ਵਿੱਚ। ਕਦੇ ਇਹਨੂੰ ਗੁੱਸਾ ਆ ਜਾਏਗਾ, ਕ੍ਰੋਧੀ ਹੋ ਜਾਏਗਾ, ਕਦੇ ਸਤੋਗੁਣੀ ਹੋ ਜਾਏਗਾ, ਇਹਦੇ ਅੰਦਰ ਦਇਆ ਆ ਜਾਏਗੀ, ਕਦੇ ਰਜੋਗੁਣੀ ਹੋ ਜਾਏਗਾ, ਇਹ ਸੈਂਸੇ ਫਿਕਰਾਂ ਚਿੰਤਾਵਾਂ ਦੇ ਵਿੱਚ ਚਲਾ ਜਾਏਗਾ। ਇਸ ਤਰ੍ਹਾਂ ਫਿਰ ਇਹ ਮਾਇਆ ਦੇ ਵਿੱਚ ਮਨ ਸਥਿਰ ਨਹੀਂ ਹੁੰਦਾ, ਇੱਕ ਥਾਂ ਤੇ ਇਹਦੀ ਅਵਸਥਾ ਇੱਕੋ ਜਿਹੀ ਨਹੀਂ ਰਹਿੰਦੀ। ਪਰ ਜੋ ਬ੍ਰਹਮ ਗਿਆਨੀ ਹੈ ਉਹਦੀ ਅਵਸਥਾ ਇੱਕੋ ਜਿਹੀ, ਉਹ ਹਰ ਸਮੇਂ ਤੁਹਾਨੂੰ ਸਹਿਜ ਦੇ ਵਿੱਚ ਉਹਦੀ ਅਵਸਥਾ ਟਿਕੀ ਹੋਈ ਨਜ਼ਰ ਆਏਗੀ। ਉਹਦੇ ਵਿੱਚ ਇਹ ਕਾਲਾਪਨ ਨਹੀਂ ਹੋਏਗਾ। ਮਨ ਉਹਦਾ ਜਿਹੜਾ ਹਰ ਸਮੇਂ ਸਹਿਜ ਦੇ ਵਿੱਚ
ਇੱਕੋ ਜਿਹੀ ਅਵਸਥਾ ਦੇ ਵਿੱਚ ਰਹਿੰਦਾ ਸਥਿਰ। ਇਸ ਨੂੰ ਫਿਰ ਕਹਿੰਦੇ ਵੀ ਬ੍ਰਹਮ ਗਿਆਨੀ ਨੇ ਜਿਹੜਾ ਮਨ ਨੂੰ ਜਿਹੜਾ ਭਾਵਦਾ ਸੀ, ਮਨ ਭੱਜਦਾ ਸੀ, ਉਹਨੂੰ ਬੰਨ੍ਹ ਲਿਆ। ਫਿਰ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਕਹਿ ਹੋਏ ਸੋ ਭਲਾ, ਬ੍ਰਹਮ ਗਿਆਨੀ ਸੁਫਲ ਫਲ। ਬ੍ਰਹਮ ਗਿਆਨੀ ਜੋ ਵੀ ਕਰਦਾ ਉਹ ਭਲਾ ਹੀ ਕਰਦਾ ਹੈ, ਅਤੇ ਜੋ ਵੀ ਹੁੰਦਾ ਹੈ ਉਸ ਨੂੰ ਭਲਾ ਹੀ ਲੱਗਦਾ ਹੈ। ਵੀ ਜੋ ਵੀ ਮਾਲਕ ਕਰ ਰਿਹਾ ਉਹਦੇ ਹੁਕਮ ਦੇ ਵਿੱਚ ਹੀ ਹੋ ਰਿਹਾ, ਅਤੇ ਇਸ ਕਰਕੇ ਉਹਨੂੰ ਭਲਾ ਹੀ ਪ੍ਰਤੀਤ ਹੁੰਦਾ, ਰੋਸ ਨਹੀਂ ਕਰਦਾ। ਜਿਵੇਂ ਆਮ ਜੀਵ ਰੋਸ ਕਰਦਾ ਵੀ ਆਹ ਬੜਾ ਮਾੜਾ ਹੋਇਆ ਸੀ, ਇਹ ਹੋਣਾ ਨਹੀਂ ਸੀ ਚਾਹੀਦਾ, ਤੇ ਬ੍ਰਹਮ ਗਿਆਨੀ ਨੂੰ ਵੀ ਭਲਾ ਹੀ ਪ੍ਰਤੀਤ ਹੁੰਦਾ ਵੀ ਜੋ ਵੀ ਹੋ ਰਿਹਾ ਉਹ ਭਲਾ ਹੀ ਹੋ ਰਿਹਾ ਜੀਵਾਂ ਵਾਸਤੇ, ਸਾਡੇ ਵਾਸਤੇ ਉਹੀਓ ਚੰਗਾ। ਇਸ ਲਈ ਮਹਾਰਾਜ ਕਹਿੰਦੇ ਤੁਮ ਕਰੋ ਭਲਾ ਹਮ ਭਲੋ ਨ ਜਾਣੇ, ਤੂੰ ਸਦਾ ਸਦਾ ਦਿਆਲਾ। ਬਈ ਤੂੰ ਸਾਡੇ ਜੀਵਨ ਦਾ ਸਦਾ ਭਲਾ ਹੀ ਕਰਦਾ, ਪਰ ਉਹ ਸਾਨੂੰ ਜਦੋਂ ਅਸੀਂ ਹੁਕਮ ਤੋਂ ਆਕੀ ਹੁੰਦੇ ਹਾਂ ਉਹ ਸਾਨੂੰ ਭਲਾ ਲੱਗਦਾ, ਤੇ ਜੋ ਬ੍ਰਹਮ ਗਿਆਨੀ ਉਸ ਨੂੰ ਫਿਰ ਭਲਾ ਹੀ ਲੱਗਦਾ, ਉਸ ਨੂੰ ਬੁਰਾ ਨਹੀਂ ਲੱਗਦਾ। ਜੋ ਵੀ ਹੋ ਰਿਹਾ ਸੰਸਾਰ ਦੇ ਵਿੱਚ, ਜੋ ਵੀ ਉਹਦੇ ਸਰੀਰ ਦੇ ਨਾਲ, ਜਿਵੇਂ ਇਹ ਜ਼ਰੂਰੀ ਨਹੀਂ ਵੀ ਜੋ ਬ੍ਰਹਮ ਗਿਆਨੀ ਉਹਨਾਂ ਨੂੰ ਕੋਈ ਸਰੀਰ ਨੂੰ ਕੋਈ ਕਸ਼ਟ ਨਹੀਂ ਆਉਂਦਾ, ਉਹਨਾਂ ਦੇ ਸਰੀਰ ਨੂੰ ਜੇ ਕੋਈ ਰੋਗ ਵੀ ਲੱਗ ਗਿਆ ਉਹਨੂੰ ਉਹ ਵੀ ਭਲਾ ਹੀ ਪ੍ਰਤੀਤ ਹੁੰਦਾ ਬਈ ਇਹ ਵੀ ਤੇਰੀ ਦਾਤ ਹੀ, ਜੋ ਤੂੰ ਲਾਇਆ ਇਹਦੇ ਵਿੱਚ ਵੀ ਸਾਡਾ ਕੋਈ ਭਲਾ ਹੋਣਾ। ਇਸ ਵਾਸਤੇ ਉਹਨੂੰ ਬਿਲਕੁਲ ਵੀ ਰੋਸ ਨਹੀਂ ਹੁੰਦਾ, ਉਹ ਰੋਸ ਕਰਦਾ ਹੀ। ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਬਈ ਆਪਣਾ ਜਿਹੜਾ ਫਿਰ ਇਹ ਮਾਨਸ ਜਾਮਾ, ਇਸ ਮਾਨਸ ਜਾਮੇ ਦਾ ਪੂਰਾ ਫਲ ਜੋ ਪ੍ਰਾਪਤ ਕਰਕੇ ਫਿਰ ਇੱਥੋਂ ਸਦਾ ਵਾਸਤੇ ਮਾਲਕ ਦੇ ਵਿੱਚ ਲੀਨ ਹੋ ਜਾਂਦਾ। ਜਿਵੇਂ ਮਹਾਰਾਜ ਦੱਸਦੇ ਵੀ ਜੋ ਪਰਮਾਤਮਾ ਨਿਰੰਕਾਰ ਦੇ ਗੁਣ ਗਾਉਂਦੇ ਉਹਨਾਂ ਨੂੰ ਇਹ ਜੋ ਮਾਨਸ ਜਾਮਾ ਮਿਲਿਆ, ਇਸ ਮਾਨਸ ਜਾਮੇ ਦੀ ਉਹ ਫਿਰ ਕਦਰ ਜਾਣਦੇ, ਤੇ ਮਾਨਸ ਜਾਮੇ ਦਾ ਪੂਰਾ ਜਿਹੜਾ ਉਹ ਲਾਹਾ ਖੱਟ ਕੇ ਇੱਥੋਂ ਮਨੋਰਥ ਨੂੰ ਪੂਰਾ ਕਰਕੇ ਫਿਰ ਵਾਪਸ ਜਾਂਦੇ। ਜਿਸ ਨੂੰ ਮਹਾਰਾਜ ਕਹਿੰਦੇ ਮਾਈ ਜੋ ਪ੍ਰਭ ਕੇ ਗੁਣ ਗਾਵੇ, ਸਫਲ ਜੀਵਨ ਫਲ ਤਾਂ ਕੋ ਪਾਇਆ, ਰਾਮ ਨਾਮ ਗੁਣ ਗਾਵੇ। ਵੀ ਉਹਨਾਂ ਨੇ ਸਫਲ ਫਲ ਪ੍ਰਾਪਤ ਕਰ ਲਿਆ ਜੀਵਨ ਦਾ, ਵੀ ਜਿਨ੍ਹਾਂ ਨੇ ਰਾਮ ਦੇ ਗੁਣ ਗਾਏ, ਜਿਹੜੇ ਮਾਲਕ ਦੇ ਗੁਣ ਗਾਉਂਦੇ ਪਰਮਾਤਮਾ ਦੇ। ਇਸ ਵਾਸਤੇ ਮਹਾਰਾਜ ਕਹਿੰਦੇ ਵੀ ਉਹਨਾਂ ਦਾ ਜੀਵਨ ਸਫਲ ਹੈ। ਫਿਰ ਮਹਾਰਾਜ ਦੱਸਦੇ ਬ੍ਰਹਮ ਗਿਆਨੀ ਸੰਗ ਸਗਲ ਆਧਾਰ, ਨਾਨਕ ਬ੍ਰਹਮ ਗਿਆਨੀ ਜਪੇ ਸਗਲ ਸੰਸਾਰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਬ੍ਰਹਮ ਗਿਆਨੀ ਦਾ ਸੰਗ ਕਰਕੇ ਸਾਡਾ ਜਿਹੜਾ ਉਹ ਆਧਾਰ ਹੋ ਸਕਦਾ। ਜਿਹੜਾ ਵੀ ਬ੍ਰਹਮ ਗਿਆਨੀ ਦਾ ਸੰਗ ਕਰੇ ਉਹ ਇਹ ਸੰਸਾਰ ਸਾਗਰ ਤੋਂ, ਭਵ ਸਾਗਰ ਤੋਂ ਤਰ ਸਕਦਾ, ਸਾਰਾ ਸੰਸਾਰ ਤਰ ਸਕਦਾ, ਪਰ ਤਰੇਗਾ ਉਹੀ ਜਿਹੜਾ ਉਹਨਾਂ ਦਾ ਸੰਗ ਕਰੇਗਾ, ਜਿਹੜਾ ਉਹਨਾਂ ਦਾ ਵਚਨ ਮੰਨੇਗਾ। ਜਿਹੜਾ ਵਚਨ ਮੰਨਦਾ ਨਹੀਂ, ਕਮਾਉਂਦਾ ਨਹੀਂ, ਉਹ ਨਹੀਂ ਤਰ ਸਕਦਾ। ਜਿਵੇਂ ਮਹਾਰਾਜ ਕਹਿੰਦੇ ਵੀ ਅਸੀਂ ਬ੍ਰਹਮ ਦੀ ਵਿਚਾਰ ਕਰਦੇ, ਜਿਵੇਂ ਗੁਰੂ ਸਾਹਿਬ ਆਏ ਬ੍ਰਹਮ ਦੀ ਵਿਚਾਰ ਕਰਦੇ, ਬ੍ਰਹਮ ਗਿਆਨੀ ਨੇ ਬ੍ਰਹਮ ਦੀ ਵਿਚਾਰ ਕਰਨੀ ਹੁੰਦੀ। ਜਿਹੜਾ ਕਹਿੰਦੇ ਬ੍ਰਹਮ ਦੀ ਵਿਚਾਰ ਨੂੰ ਧਿਆਨ ਦੇ ਨਾਲ ਸੁਣਦਾ ਹੈ, ਸੁਣ ਕੇ ਮੰਨਦਾ ਹੈ, ਕਮਾਉਂਦਾ ਹੈ, ਉਹ ਇਹ ਭਵ ਸਾਗਰ ਤੋਂ, ਸੰਸਾਰ ਸਾਗਰ ਤੋਂ ਪਾਰ ਹੋ ਜਾਂਦਾ ਹੈ। ਮਹਾਰਾਜ ਫਰਮਾਉਂਦੇ ਜਨ ਨਾਨਕ ਬੋਲੇ ਬ੍ਰਹਮ ਵਿਚਾਰ, ਜੋ ਸੁਣੇ ਕਮਾਵੇ ਸੋ ਉਤਰੀ ਪਾਰ। ਕਿ ਜਿਹੜਾ ਧਿਆਨ ਦੇ ਨਾਲ ਸੁਣਦਾ ਤੇ ਸੁਣ ਕੇ ਉਹਨਾਂ ਵਚਨਾਂ ਨੂੰ ਕਮਾਉਂਦਾ ਉਹ ਪਾਰ ਹੋ ਜਾਂਦਾ।
ਜੇ ਹੁਣ ਅਸੀਂ ਸੁਣ ਕੇ ਮੰਨਾਂਗੇ ਨਹੀਂ, ਕਮਾਵਾਂਗੇ ਨਹੀਂ, ਤੇ ਅਸੀਂ ਕਿਵੇਂ ਪਾਰ ਹੋਵਾਂਗੇ? ਜਿਵੇਂ ਹੁਣ ਗੁਰਬਾਣੀ ਗੁਰੂ ਸਾਰਾ ਬ੍ਰਹਮ ਦਾ ਗਿਆਨ ਨੇ, ਗੁਰੂ ਸਾਹਿਬਾਨਾਂ ਨੇ, ਭਗਤਾਂ ਨੇ ਸਾਨੂੰ ਇਹ ਸਾਰਾ ਭੇਦ ਦਿੱਤਾ। ਹੁਣ ਜੇ ਅਸੀਂ ਗੁਰਬਾਣੀ ਗੁਰੂ ਦਾ ਕਹਿਣਾ ਨਹੀਂ ਮੰਨਾਂਗੇ ਤੇ ਅਸੀਂ ਇਹ ਸੰਸਾਰ ਸਾਗਰ ਤੋਂ ਪਾਰ ਹੋ ਹੀ ਨਹੀਂ ਸਕਦੇ। ਇਸ ਵਾਸਤੇ ਬਚਨ ਮੰਨਣਾ ਹੁੰਦਾ ਹੈ। ਜੇ ਹੁਣ ਜੇ ਬਚਨ ਨਹੀਂ ਮੰਨਦਾ ਉਹਦਾ ਅਸੀਂ ਕਿੰਨੀ ਵਾਰੀ ਵੀ ਆਈਏ, ਸੀਸ ਨਿਭਾਈਏ, ਮੱਥਾ ਟੇਕੀਏ, ਹੋਰ ਜੋ ਅਸੀਂ ਮਰਜ਼ੀ ਕਰੀ ਚੱਲੀਏ ਆਪਦੀ ਮੱਤ ਦੁਆਰਾ, ਪਰ ਜਦ ਤੱਕ ਅਸੀਂ ਇਹਨਾਂ ਦਾ ਕਹਿਣਾ ਨਹੀਂ ਮੰਨਾਂਗੇ ਸਾਡਾ ਅੰਦਰ ਨਹੀਂ ਬਦਲਣ ਲੱਗੇ, ਸਾਡੇ ਅੰਦਰੋਂ ਵੈਰ ਵਿਰੋਧ, ਈਰਖਾ, ਨਫ਼ਰਤ ਜਾਣੀ ਨਹੀਂ, ਹਉਮੈ ਹੰਕਾਰ ਜਾਣਾ ਹੀ ਨਹੀਂ। ਇਸ ਲਈ ਮਹਾਰਾਜ ਕਹਿੰਦੇ ਵੀ ਤੁਸੀਂ ਸਵੇਰੇ ਸ਼ਾਮ ਕੀ 100 ਵਾਰੀ ਆਓ। ਜਦ ਤੱਕ ਜੀਵ ਬਚਨ ਨਹੀਂ ਮੰਨਦਾ ਉਹਦਾ ਅੰਦਰ ਨਹੀਂ ਬਦਲਦਾ। ਮਹਾਰਾਜ ਕਹਿੰਦੇ ਸਤਿਗੁਰ ਕੀ ਪ੍ਰਤੀਤ ਨਾਈਆ, ਸ਼ਬਦ ਨਾ ਲਾਗੋ ਭਾਵੋ, ਉਸ ਨੂੰ ਸੁਖ ਨਾ ਉਪਜੇ ਭਾਵੇਂ 100 ਗੇੜਾ ਹੋ ਜਾਓ। ਮਹਾਰਾਜ ਕਹਿੰਦੇ ਸਤਿਗੁਰ ਦੀ ਪ੍ਰਤੀਤ ਨਹੀਂ ਆਈ, ਜੋ ਸ਼ਬਦਾਂ 'ਚ ਸਾਨੂੰ ਭੇਦ ਦਿੱਤਾ ਗਿਆ ਉਹਨੂੰ ਸਮਝਿਆ ਨਹੀਂ, ਬਚਨ ਮੰਨਿਆ ਨਹੀਂ, ਤੇ ਫੇਰ ਚਾਹੇ 100 ਵਾਰੀ ਆਵੋ ਜਾਓ ਤੇ ਸਾਡਾ ਅੰਦਰ ਨਹੀਂ ਬਦਲਣ ਲੱਗੇ, ਸਾਡਾ ਮਨ ਰੁਕਣਾ ਹੀ ਨਹੀਂ। ਇਸ ਵਾਸਤੇ ਮਹਾਰਾਜ ਕਹਿੰਦੇ ਵੀ ਬ੍ਰਹਮ ਗਿਆਨੀ ਦਾ ਸੰਗ ਕਰਕੇ ਸਾਡਾ ਆਧਾਰ ਹੋ ਸਕਦਾ, ਸਾਰਾ ਸੰਸਾਰ ਤਰ ਸਕਦਾ, ਪਰ ਜੇ ਉਹ ਵਚਨ ਮੰਨੇ ਤਾਂ। ਜਿਵੇਂ ਹੁਣ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਚਾਹੁੰਦੇ, ਅਸੀਂ ਤਰ ਸਕਦੇ ਹਾਂ ਜੇ ਅਸੀਂ ਇਹਨਾਂ ਦੇ ਵਚਨ ਮੰਨੀਏ ਤਾਂ। ਜੇ ਅਸੀਂ ਵਚਨ ਨਹੀਂ ਮੰਨਦੇ ਫਿਰ ਅਸੀਂ ਚਾਹੇ ਇੱਥੇ ਹੀ ਰਹੀਏ, ਇਹਨਾਂ ਦੇ ਕੋਲ ਹੀ ਰਹੀਏ, ਗੁਰੂ ਘਰ ਦੇ ਵਿੱਚ ਹੀ ਰਹੀਏ, ਸਾਡੇ ਅੰਦਰ ਫਿਰ ਵੀ ਨਹੀਂ ਕੁਛ ਬਦਲਣਾ। ਇਸ ਕਰਕੇ ਸਾਰਾ ਜਿਹੜਾ ਕਹਾਣੀ ਹੈ, ਸਾਰੀ ਜਿਹੜੀ ਵਿਚਾਰ ਉਹ ਹੈ ਬਚਨ ਮੰਨਣ ਦੀ। ਜਿਹੜਾ ਤਾਂ ਬਚਨ ਮੰਨਦਾ ਉਹ ਚਾਹੇ ਦੂਰ ਹੀ ਬੈਠੇ, ਕਿਤੇ ਵੀ ਬੈਠਾ ਬਚਨ ਮੰਨਦਾ ਹੈ ਤਾਂ ਉਹਦੇ 'ਤੇ ਕਿਰਪਾ ਹੋ ਜਾਣ, ਤੇ ਜਿਹੜਾ ਬਚਨ ਮੰਨਦਾ ਨਹੀਂ ਉਹ ਚਾਹੇ ਇੱਥੇ ਹੀ ਰਹਿੰਦਾ, ਉਹਦਾ ਅੰਦਰ ਬਦਲਣਾ ਹੀ ਨਹੀਂ, ਉਹਦੇ ਅੰਦਰੋਂ ਵੈਰ ਵਿਰੋਧ, ਈਰਖਾ, ਨਫ਼ਰਤ ਜਾਣੀ ਹੋਈ ਨਹੀਂ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਬਈ ਅਸੀਂ ਸੰਗ ਕਰਕੇ ਸੰਤਾਂ ਦਾ, ਸਾਧੂਆਂ ਦਾ ਤਰ ਸਕਦੇ, ਪਰ ਜੇ ਅਸੀਂ ਉਹਨਾਂ ਦਾ ਬਚਨ ਮੰਨੀਏ ਤਾਂ। ਜੇ ਅਸੀਂ ਬਚਨ ਨਹੀਂ ਮੰਨਾਂਗੇ ਉਹ ਚਾਹੇ ਸਾਡੇ ਘਰ 'ਚ ਹੀ ਰਹਿੰਦੇ, ਸਾਧੂ ਚਾਹੇ ਬ੍ਰਹਮ ਗਿਆਨੀ ਸਾਡੇ ਘਰੇ ਹੀ ਹੋਵੇ, ਜਦ ਤੱਕ ਅਸੀਂ ਬਚਨ ਨਹੀਂ ਮੰਨਾਂਗੇ, ਜਦ ਤੱਕ ਅਸੀਂ ਕਹਿਣਾ ਨਹੀਂ ਮੰਨਾਂਗੇ, ਸਾਡਾ ਅੰਦਰ ਨਹੀਂ ਬਦਲਣ ਲੱਗਿਆ। ਪਹਿਲਾਂ ਤਾਂ ਸਾਨੂੰ ਉਹਦਾ ਪਤਾ ਹੀ ਨਹੀਂ ਲੱਗਣਾ ਵੀ ਇਹ ਹੈ ਕੌਣ ਹੈ, ਕਿਉਂਕਿ ਉਹਨੇ ਵਿਚਰਨਾ ਸਾਡੇ ਵਰਗੂ ਹੀ ਸੰਸਾਰ ਦੇ ਵਿੱਚ, ਤੇ ਉਹਦੀ ਸਾਨੂੰ ਪਹਿਚਾਣ ਹੀ ਨਹੀਂ ਆਉਣੀ ਜਦ ਤੱਕ ਮਾਲਕ ਕਿਰਪਾ ਨਾ ਕਰੇ। ਉਹਨਾਂ ਸਮਾਂ ਸਾਨੂੰ ਜੋ ਬ੍ਰਹਮ ਗਿਆਨੀ ਉਹਦੀ ਪਹਿਚਾਣ ਨਹੀਂ ਆ ਸਕਦੀ। ਇਹੋ ਕਾਰਨ ਵੀ ਜਦੋਂ ਸੰਸਾਰ ਦੇ ਵਿੱਚ ਵੀ ਗੁਰੂ ਸਾਹਿਬ ਆਏ, ਭਗਤ ਜਨ ਹੋਏ, ਉਸ ਸਮੇਂ ਕੋਈ ਉਹਨਾਂ ਨੂੰ ਬਾਲਿਆਂ ਨੇ ਥੋੜ੍ਹੀ ਮੰਨਿਆ, ਉਹਨਾਂ ਦੇ ਖਿਲਾਫ ਹੀ ਹੋਏ ਰਹੇ, ਉਹਨਾਂ ਦੇ ਖਿਲਾਫ ਹੋ ਕੇ ਉਹਨਾਂ ਦੀ ਨਿੰਦਿਆ ਕਰਦੇ ਰਹੇ, ਉਹਨਾਂ ਨਾਲ ਹੀ ਵੈਰ ਵਿਰੋਧ ਕਰਦੇ ਰਹੇ, ਉਹਨਾਂ ਨਾਲ ਹੀ ਦੌਦਾ ਖੜੀ ਕਰ ਲਈ, ਉਹਨਾਂ ਦੇ ਨਾਲ ਹੀ ਲੜਾਈਆਂ ਕਰਦੇ ਰਹੇ, ਉਹਨਾਂ ਨੂੰ ਹੀ ਸਜ਼ਾਵਾਂ ਦਿੰਦੇ ਰਹੇ। ਹੁਣ ਇਹੋ ਕਾਰਨ ਹੈ ਵੀ ਜੀਵ ਦੀ ਅਗਿਆਨਤਾ ਬਸ ਹੋਣ ਕਰਕੇ ਇਹ ਜੀਵ ਸਾਰਾ ਕੁਛ ਕਰਦਾ। ਜਿਵੇਂ ਕਈ ਅਗਿਆਨੀ ਜੀਵ ਕਹਿ ਦਿੰਦੇ ਬਈ ਜੀ ਜੇ ਬ੍ਰਹਮ ਗਿਆਨੀ ਦੀ ਪਹਿਚਾਣ ਕਰਨੀ ਹੈ ਤੇ ਕੀ ਕਰੋ, ਉਹਨੂੰ ਸਜ਼ਾ ਦਿਓ ਜੀ, ਤੇ ਫਿਰ ਪਤਾ ਲੱਗੂ ਕਿੱਡਾ ਕੁ ਬ੍ਰਹਮ ਗਿਆਨੀ। ਦੱਸੋ ਕਿੱਡੀ ਅਗਿਆਨਤਾ ਦੀ ਗੱਲ ਹੈ। ਏਦੋਂ ਵੱਡੀ ਮੂਰਖਤਾ ਹੋਰ ਕੀ ਹੋ ਸਕਦੀ ਹੈ ਵੀ ਬ੍ਰਹਮ ਗਿਆਨੀ ਨੂੰ ਅਸੀਂ ਸਜ਼ਾ ਦੇ ਕੇ ਉਹਦੀ ਪਰਖ ਕਰੀਏ। ਇਹੋ ਕਾਰਨ ਸੀ ਵੀ ਉਸ ਸਮੇਂ ਵੀ ਜਦੋਂ ਗੁਰੂ ਸਾਹਿਬਾਨਾਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ ਜਾਂ ਭਗਤਾਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ, ਉਦੋਂ ਵੀ ਐਸੇ ਮੂਰਖ ਜੀਵ ਸੀ ਜਿਵੇਂ ਅੱਜ ਵੀ ਨੇ।
ਤੇ ਉਹ ਉਸ ਸਮੇਂ ਵੀ ਇੱਦਾਂ ਹੀ ਕਹਿੰਦੇ ਵੀ ਕਹਿੰਦੇ ਨੇ ਵੀ ਸਾਨੂੰ ਬ੍ਰਹਮ ਦਾ ਗਿਆਨ ਹੈ, ਆਪਦੇ ਆਪ ਨੂੰ ਬ੍ਰਹਮ ਗਿਆਨੀ ਅਖਵਾਉਂਦੇ ਤੇ ਇਹਨਾਂ ਨੂੰ ਸਜ਼ਾ ਦਿਓ। ਤੇ ਦੇਖਦੇ ਹਾਂ ਵੀ ਇਹਨਾਂ ਦੀ ਕਿਵੇਂ ਰੱਖਿਆ ਹੁੰਦੀ ਹੈ। ਹੁਣ ਗੁਰਮੁਖ ਤਾਂ ਭਾਣੇ 'ਚ ਹੁੰਦੇ, ਉਹ ਤਾਂ ਜੇ ਸਜ਼ਾ ਦਿੰਦੇ ਵੀ ਉਹ ਫਿਰ ਵੀ ਮੰਨ ਲੈਂਦੇ ਵੀ ਚਲੋ ਤੇਰਾ ਭਾਣਾ ਹੈ। ਪਰ ਇਹ ਜਿਹੜੇ ਅਗਿਆਨੀ ਜੀ ਮਨਮੁਖ, ਇਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਅਵਸਥਾ ਮਨ ਦੀ ਹੁੰਦੀ ਹੈ, ਵੀ ਸਰੀਰ ਤਾਂ ਉਹਨਾਂ ਦਾ ਵੀ ਪੰਜਾਂ ਤੱਤਾਂ ਦਾ ਹੀ ਹੈ। ਜੇ ਅਸੀਂ ਸਰੀਰ ਨੂੰ ਮੰਨ ਲਓ ਜਿਵੇਂ ਗੁਰੂ ਅਰਜਨ ਦੇਵ ਜੀ ਨੂੰ ਤਤੀ ਤਵੀ ਤੇ ਬਿਠਾ ਦਿੱਤਾ, ਸਰੀਰ ਤਾਂ ਜਲੇਗਾ ਹੀ ਜਲੇਗਾ। ਸਰੀਰ ਨੂੰ ਤਾਂ ਇਹ ਤਾਂ ਹੈ ਹੀ ਪੌਣ ਪਾਣੀ ਅਗਨ ਦਾ ਬਣਿਆ ਹੋਇਆ, ਮਿੱਟੀ ਆਕਾਸ਼ ਦਾ ਬਣਿਆ, ਇਹਨੂੰ ਤਾਂ ਜਲਣਾ ਹੀ ਜਲਣਾ ਹੈ। ਉਹ ਹੈ ਵੀ ਮਨ ਦੀ ਅਵਸਥਾ ਜਿਹੜੀ, ਉਹਨਾਂ ਦਾ ਮਨ ਨਹੀਂ ਜਲਦਾ, ਮਨ ਨਹੀਂ ਸੜਦਾ ਹੈ। ਪਰ ਮਨ ਦਾ ਜੀਵਨ ਅਗਿਆਨਤਾ 'ਚ ਗਿਆਨ ਨਹੀਂ ਹੁੰਦਾ, ਭੇਦ ਨਹੀਂ ਹੁੰਦਾ। ਇਸ ਕਰਕੇ ਫਿਰ ਬ੍ਰਹਮ ਗਿਆਨੀ ਦੀ ਜੀਵ ਨੂੰ ਪਹਿਚਾਣ ਨਹੀਂ ਆ ਸਕਦੀ ਜਦ ਤੱਕ ਮਾਲਕ ਨਿਰੰਕਾਰ ਆਪ ਕਿਰਪਾ ਨਾ ਕਰੇ, ਉਹ ਆਪ ਬੁਝਾਵੇ ਨਾ, ਤੇ ਫਿਰ ਕਿਤੇ ਜਾ ਕੇ ਸਾਨੂੰ ਪਹਿਚਾਣ ਆਉਂਦੀ ਸੰਤਾਂ ਦੀ, ਸਾਧੂਆਂ ਦੀ, ਭਗਤਾਂ ਦੀ। ਨਹੀਂ ਤਾਂ ਸਾਨੂੰ ਇਹ ਪਹਿਚਾਣ ਨਹੀਂ ਆ ਸਕਦੀ। ਫਿਰ ਮਹਾਰਾਜ ਅੱਗੇ ਦੱਸਦੇ ਬ੍ਰਹਮ ਗਿਆਨੀ ਕੇ ਰੰਗ, ਬ੍ਰਹਮ ਗਿਆਨੀ ਕੇ ਵਸੇ ਪ੍ਰਭ ਸੰਗ। ਹੁਣ ਜੋ ਬ੍ਰਹਮ ਗਿਆਨੀ, ਉਸ ਨੂੰ ਇੱਕ ਅਕਾਲ ਪੁਰਖ ਨਿਰੰਕਾਰ ਦਾ ਹੀ ਰੰਗ ਚੜ੍ਹਿਆ ਹੋਇਆ, ਪਰਮਾਤਮਾ ਦਾ ਇੱਕ ਦੇ ਰੰਗ ਦੇ ਵਿੱਚ ਉਹ ਰਤਿਆ ਹੋਇਆ। ਤੇ ਜੋ ਮਾਲਕ ਹੈ ਸਦਾ ਹੀ ਉਸ ਦੇ ਅੰਗ ਸੰਗ ਹੈ ਪਰਮਾਤਮਾ। ਉਸ ਦੇ ਅੰਦਰ ਵੀ ਮਾਲਕ ਹੈ ਤੇ ਬਾਹਰ ਵੀ, ਚਾਰ ਚੁਫੇਰੇ ਮਾਲਕ ਹੀ ਮਾਲਕ ਹੈ। ਉਹਦਾ ਆਪਣਾ ਆਪਾ ਭਾਵ ਤਾਂ ਖਤਮ ਹੀ ਹੋ ਚੁੱਕੀ ਹੈ। ਇਸ ਵਾਸਤੇ ਫਿਰ ਆਪਣਾ ਜਿਹੜਾ ਮਨ ਹੈ ਇਹਦੇ ਤੇ ਰੰਗ ਚੜ੍ਹੇ ਹੁੰਦੇ ਮਾਇਆ ਦਾ, ਤੇ ਜੋ ਗੁਰਮੁਖ ਨੇ ਉਹਨਾਂ ਦੇ ਉੱਤੇ ਰੰਗ ਚੜ੍ਹਿਆ ਇੱਕ ਦਾ ਮਾਲਕ ਦਾ ਨਿਰੰਕਾਰਤ। ਜਿਹੜਾ ਇਹ ਮਾਇਆ ਦਾ ਰੰਗ, ਇਹਨੂੰ ਫਿੱਕਾ ਰੰਗ ਕਹਿੰਦੇ, ਕੱਚਾ ਰੰਗ, ਕਸੁੰਭ ਦਾ ਰੰਗ ਇਹਦੇ 'ਚ। ਇਹ 4 ਦਿਨਾਂ ਦਾ ਹੀ ਹੈ, ਕਿਉਂਕਿ ਇਹ ਸਰੀਰ ਵੀ ਨਾਸਵਾਨ ਤੇ ਇਹਦੇ ਰੰਗ ਵੀ ਲੱਥ ਜਾਂਦੇ। ਇਸ ਲਈ ਮਹਾਰਾਜ ਕਹਿੰਦੇ ਕੱਚਾ ਰੰਗ ਕਸੁੰਭ ਕਾ ਥੋੜ੍ਹੇ ਜਾਂਦੇ ਨੇ 4, ਵੀ 4 ਦਿਨ ਹੀ ਰਹਿੰਦਾ ਹੈ, ਬਹੁਤਾ ਸਮਾਂ ਨਹੀਂ। ਤੇ ਜਿਹੜਾ ਮਾਲਕ ਦਾ ਰੰਗ, ਉਹਨੂੰ ਮਜੀਠ ਦਾ ਰੰਗ ਕਹਿੰਦੇ, ਪੱਕਾ ਰੰਗ। ਜੇ ਇੱਕ ਵਾਰ ਚੜ੍ਹ ਜੇ ਉਹ ਲੈਂਦਾ ਨਹੀਂ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਜੋ ਬ੍ਰਹਮ ਗਿਆਨੀ, ਉਹਦੇ ਤੇ ਫਿਰ ਉਹ ਇੱਕ ਦਾ ਰੰਗ ਚੜ੍ਹਿਆ ਮਾਲਕ ਦਾ, ਜਿਹਨੂੰ ਗੂੜਾ ਰੰਗ ਕਹਿੰਦੇ, ਜਿਵੇਂ ਲਾਲ ਰੰਗ ਹੈ ਇਹਦੇ 'ਚ। ਜਿਵੇਂ ਅੱਗੇ ਸੁਹਾਗਣ, ਜਦੋਂ ਲੜਕੀ ਦਾ ਵਿਆਹ ਹੁੰਦਾ ਉਹਦੇ ਲਾਲ ਜੋੜਾ ਪਾਇਆ ਜਾਂਦਾ, ਪਤਾ ਲੱਗੇ ਇਹ ਸੁਹਾਗਣ। ਇਸੇ ਤਰ੍ਹਾਂ ਹੀ ਫਿਰ ਇਹ ਮਜੀਠ ਦਾ ਰੰਗ, ਇਹਨੂੰ ਲਾਲ ਰੰਗ ਆਖਿਆ ਵੀ ਜਿਹੜਾ ਗੂੜਾ ਰੰਗ, ਸੋਹਣਾ ਰੰਗ। ਤੇ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਉੱਤੇ ਚੜ੍ਹ ਗਿਆ ਉਹ ਵੱਡੇ ਭਾਗਾਂ ਵਾਲੇ। ਤੇ ਇਹ ਰੰਗ ਚੜ੍ਹਿਆ ਹੋਇਆ ਨਾ ਉਤਰੇ, ਤੇ ਨਾ ਇਹ ਕਦੇ ਮੈਲਾ ਹੋਵੇ, ਤੇ ਨਾ ਹੀ ਇਸ ਨੂੰ ਕਦੇ ਕੋਈ ਦਾਗ ਲੱਗੇ। ਮਹਾਰਾਜ ਕਹਿੰਦੇ ਲਾਲ ਰੰਗ ਤਿਸ ਕੋ ਲਗਾ ਜਿਸ ਕੇ ਬੜ ਭਾਗਾ, ਮੈਲਾ ਕਦੇ ਨਾ ਹੋਵੇ ਨਾ ਲਾਗੇ ਦਾਗਾ। ਨਾ ਉਹ ਮੈਲਾ ਹੋਵੇ ਨਾ ਕੋਈ ਦਾਗ ਲੱਗੇ ਉਸ। ਸੋ ਇਸੇ ਤਰ੍ਹਾਂ ਹੀ ਸੱਚੇ ਪਾਤਸ਼ਾਹ ਕਹਿੰਦੇ ਵੀ ਬ੍ਰਹਮ ਗਿਆਨੀ ਉੱਤੇ ਵੀ ਇਹ ਇੱਕ ਦਾ ਮਾਲਕ ਦਾ ਰੰਗ ਚੜ੍ਹੇ, ਤੇ ਮਾਲਕ ਹਰ ਸਮੇਂ ਉਸ ਦੇ ਅੰਗ ਸੰਗ ਹੈ। ਫਿਰ ਮਹਾਰਾਜ ਦੱਸਦੇ ਬ੍ਰਹਮ ਗਿਆਨੀ ਕੇ ਨਾਮ ਆਧਾਰ, ਬ੍ਰਹਮ ਗਿਆਨੀ ਕੇ ਨਾਮ ਪਰਿਵਾਰ। ਬਈ ਜੋ ਬ੍ਰਹਮ ਗਿਆਨੀ ਹੈ ਉਸ ਦਾ ਜਿਹੜਾ ਆਧਾਰ ਹੈ, ਆਸਰਾ, ਉਹ ਨਾਮ ਹੈ। ਤੇ ਬ੍ਰਹਮ ਗਿਆਨੀ ਦਾ ਜੋ ਪਰਿਵਾਰ ਹੈ ਉਹ ਪਰਿਵਾਰ ਵੀ ਨਾਮ ਹੈ। ਗੁਰਮੁਖਾਂ ਨੇ ਆਖਿਆ ਵੀ ਸਾਡਾ ਸਾਰਾ ਕੁਛ ਨਾਮ ਹੀ, ਵੀ ਸਾਡਾ ਭਾਈ ਨਾਮ, ਸਾਡਾ ਰਿਸ਼ਤੇਦਾਰ ਨਾਮ, ਸਾਡਾ ਸੰਗੀ ਸਾਥੀ ਨਾਮ, ਜਿਹਨੇ ਸਾਡਾ ਅੰਤ ਸਮੇਂ ਸਹਾਈ ਹੋਣਾ, ਸਾਡੇ ਨਾਲ ਜਾਣਾ। ਮਹਾਰਾਜ ਕਹਿੰਦੇ ਨਾਉ ਮੇਰਾ ਬੰਧਪ, ਨਾਉ ਮੇਰਾ ਭਾਈ,
ਨਾਉ ਮੇਰੇ ਸੰਗ ਅੰਤ ਹੋਏ ਸਹਾਈ। ਵੀ ਸਾਡਾ ਜਿਹੜਾ ਪਰਿਵਾਰ ਉਹ ਨਾਮ ਹੈ, ਵੀ ਸਾਡਾ ਭਰਾ, ਸਾਡਾ ਸੱਖਾ, ਸਾਡਾ ਬੰਧੂ, ਵੀ ਜਿਹਨੇ ਸਾਡਾ ਸੱਜਣ, ਜਿਹਨੇ ਸਾਡੇ ਨਾਲ ਅੰਤ ਸਮੇਂ ਸਹਾਈ ਹੋਣਾ, ਜਿਹਨੇ ਸਾਡੇ ਨਾਲ ਜਾਣਾ। ਇਸ ਲਈ ਜਦੋਂ ਫਿਰ ਆਪਾਂ ਇਸ ਮਾਰਗ ਦੇ ਉੱਤੇ ਚੱਲਦੇ, ਲੈਵਦੇ ਰਸਤੇ ਦੇ ਉੱਤੇ ਚੱਲਦੇ ਹੋਏ ਸਾਡਾ ਜੋ ਸੱਜਣ ਹੁੰਦਾ ਉਹ ਨਾਮ ਹੁੰਦਾ, ਜਿਹਨੂੰ ਸ਼ਬਦ ਗੁਰੂ ਕਹਿੰਦੇ। ਉਹ ਸੱਜਣ ਇੱਥੇ ਵੀ ਸਾਡੇ ਨਾਲ ਸਾਨੂੰ ਸੁੱਖ ਦਿੰਦਾ ਹੈ, ਤੇ ਜਦੋਂ ਅਸੀਂ ਇਹ ਦੇਹ ਛੱਡ ਕੇ ਜਾਣਾ ਉਹਨੇ ਉੱਥੇ ਵੀ ਸਾਡੇ ਨਾਲ ਚੱਲਣਾ ਹੈ। ਜਿੱਥੇ ਸਾਡੇ ਮਨ ਤੋਂ ਲੇਖਾ ਲਿਆ ਜਾਂਦਾ ਉਸੇ ਵੀ ਨਾਲ ਖੜਾ ਹੁੰਦਾ ਹੈ ਸੱਜਣ, ਉਹ ਸਾਨੂੰ ਕਦੇ ਇਕੱਲਿਆਂ ਛੱਡਦਾ ਨਹੀਂ। ਮਾਰੇ ਕਹਿੰਦੇ ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚੱਲਣ, ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦੇ ਸਨ। ਵੀ ਸਾਡਾ ਤਾਂ ਸੱਜਣ, ਸਾਡਾ ਪਰਿਵਾਰ ਤਾਂ ਉਹੀ ਹੋ ਜਿਹਨੇ ਸਾਡਾ ਸਾਥ ਦੇਣਾ। ਫਿਰ ਇਹ ਜਿਹੜਾ ਪਰਿਵਾਰ ਸੰਸਾਰ ਦਾ ਇਹ ਤਾਂ ਸਾਥ ਦਿੰਦਾ ਨਹੀਂ, ਇਹ ਤਾਂ ਇੱਥੇ ਹੀ ਰਹਿ ਜਾਂਦਾ। ਇਹ ਮਾਂ ਪਿਓ, ਧੀਆਂ ਪੁੱਤਰ, ਭੈਣ ਭਰਾ ਸਭ ਇੱਥੇ ਹੀ ਰਹਿ ਜਾਂਦੇ। ਜਿਹਨੇ ਸਾਡਾ ਅੱਗੇ ਸਾਥ ਦੇਣਾ ਉਹ ਫਿਰ ਨਾਮ। ਇਸ ਕਰਕੇ ਮਹਾਰਾਜ ਕਹਿੰਦੇ ਵੀ ਬ੍ਰਹਮ ਗਿਆਨੀ ਦਾ ਜਿਹੜਾ ਨਾਮ ਹੈ ਉਹ ਪਰਿਵਾਰ ਹੈ, ਕਿਉਂਕਿ ਉਹਨੇ ਸਾਰਾ ਕੁਝ ਨਾਮ ਨੂੰ ਹੀ ਮੰਨਿਆ ਹੋਇਆ ਹੈ। ਇਸ ਵਾਸਤੇ ਫਿਰ ਜਦੋਂ ਆਪਾਂ ਵੀ ਨਾਮ ਦੇ ਨਾਲ ਜੁੜਾਂਗੇ ਤੇ ਨਾਮ ਨੇ ਹੀ ਸਾਨੂੰ ਸੁੱਖ ਦੇਣਾ, ਨਾਮ ਨੇ ਹੀ ਸਾਨੂੰ ਇਹ ਭਵ ਸਾਗਰ ਤੋਂ ਪਾਰ ਲੰਘਾਉਣਾ। ਇਸ ਵਾਸਤੇ ਨਾਮ ਨੂੰ ਸ਼ਬਦ ਗੁਰੂ ਕਹਿੰਦੇ, ਜਿਹਨੂੰ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਸ਼ਬਦ ਗੁਰੂ ਸੁਰਤ ਧੁਨ ਚੇਲਾ। ਇਹ ਸਾਡਾ ਸ਼ਬਦ ਗੁਰੂ ਹੈ ਤੇ ਸੁਰਤੀ ਨੂੰ ਅਸੀਂ ਉਸ ਦਾ ਚੇਲਾ ਬਣਾਏ। ਸੋ ਜਿਸ ਨੂੰ ਸ਼ਬਦ ਗੁਰੂ ਗੁਰੂ ਨਾਨਕ ਦੇਵ ਜੀ ਕਹਿੰਦੇ, ਉਸੇ ਸ਼ਬਦ ਗੁਰੂ ਨਾਲ ਆਪਾਂ ਨੂੰ ਗੁਰਬਾਣੀ ਗੁਰੂ ਜੋੜਦੇ ਨੇ। ਉਹ ਸ਼ਬਦ ਗੁਰੂ ਸਾਡੇ ਸਾਰਿਆਂ ਦੇ ਅੰਦਰ ਹੈ, ਜਿਹਦੇ ਨਾਲੋਂ ਸਾਡੇ ਮਨ ਦੀ ਲਿਵ ਟੁੱਟੀ ਹੋਈ ਹੈ। ਇਸ ਵਾਸਤੇ ਫਿਰ ਜਦੋਂ ਆਪਾਂ ਇਹ ਸਿਮਰਨ ਕਰਦੇ ਹਾਂ, ਸਤਸੰਗਤ ਕਰਦੇ ਹਾਂ, ਸਾਡੀ ਟੁੱਟੀ ਹੋਈ ਨਾਮ ਦੇ ਨਾਲ ਗੰਢੀ ਜਾਂਦੀ, ਜੁੜ ਜਾਂਦੀ। ਫਿਰ ਉਹ ਨਾਮ ਹੀ ਆਪਣਾ ਆਧਾਰ ਆਸਰਾ ਬਣ ਜਾਂਦਾ, ਜਿਹਦੇ ਨਾਲ ਸਾਡੇ ਮਨ ਦੀਆਂ ਸਾਰੀਆਂ ਭੁੱਖਾਂ ਨੇ ਜਿਹੜੀਆਂ ਭੁੱਖਾਂ ਖਤਮ ਹੋ ਜਾਂਦੀਆਂ। ਜੈਸ ਵਰਤਾਏ ਮਹਾਰਾਜ ਆਪਾਂ ਨੂੰ ਰੋਜ਼ ਸਮਝਾਉਂਦੇ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ ਜਨ ਭੁੱਖਾਂ ਸਭ ਗਵਾਈਆਂ। ਕਿ ਜਦੋਂ ਨਾਮ ਨੂੰ ਅਸੀਂ ਆਪਦਾ ਆਸਰਾ ਬਣਾ ਲਿਆ, ਉਹਦੇ ਨਾਲ ਅਸੀਂ ਜੁੜ ਗਏ, ਸਾਡੇ ਮਨ ਦੀਆਂ ਜਿਹੜੀਆਂ ਭੁੱਖਾਂ ਸੀ ਉਹ ਸਾਰੀਆਂ ਭੁੱਖਾਂ ਹੀ ਖਤਮ ਹੋ ਗਈਆਂ। ਫਿਰ ਮਹਾਰਾਜ ਅੱਗੇ ਫਰਮਾਉਂਦੇ, ਬ੍ਰਹਮ ਗਿਆਨੀ ਸਦਾ ਸਦ ਜਾਗਤ, ਬ੍ਰਹਮ ਗਿਆਨੀ ਅਹਮ ਬੁੱਧ ਤੇ ਆਗਤ। ਜੋ ਬ੍ਰਹਮ ਗਿਆਨੀ ਹੈ ਉਹ ਸਦਾ ਹੀ ਜਾਗਤ ਅਵਸਥਾ 'ਚ ਰਹਿੰਦਾ ਹੈ। ਕਿ ਉਹਨਾਂ ਦਾ ਜਿਹੜਾ ਮਨ ਹੈ ਉਹ ਮਨ ਨਹੀਂ ਸੌਂਦਾ। ਮਨ ਉਹਨਾਂ ਦਾ ਵਿਚਾਰਾਂ ਔਰਨਿਆਂ ਦੇ ਵਿੱਚ ਉਹ ਗਾਫਲ ਹੋ ਕੇ ਨਹੀਂ ਸੌਂ ਜਾਂਦਾ। ਉਹਨਾਂ ਦਾ ਮਨ ਸਦਾ ਜਾਗਦਾ, ਉਹ ਅਨਦਿਨ ਜਾਗਦੀ। ਸਦਾ ਜਾਗਣ ਦਾ ਭਾਵ ਹੁੰਦਾ ਅਨਦਿਨ ਜਾਗਣ। ਅਨਦਿਨ ਜਾਗਣ ਦਾ ਭਾਵ ਇਹ ਨਹੀਂ ਵੀ ਜਿਵੇਂ ਕਈ ਜੀਵ ਕਹਿ ਦਿੰਦੇ ਵੀ ਇਹਦਾ ਜੀ ਰਾਤ ਨੂੰ 12 ਵਜੇ ਉੱਠ ਕੱਢਦੇ, 1 ਵਜੇ ਉੱਠ ਕੱਢਦੇ, ਜਾਂ ਇਹ ਸਵੇਰੇ 3 ਵਜੇ ਉੱਠ ਕੱਢਦੇ, ਜਾਂ ਇਹ ਜਿਹੜਾ ਕੋਈ ਜੀਵ ਲੇਟ ਉੱਠਦਾ ਹੈ। ਇਹ ਜਾਗਣਾ ਹੋਰ ਹੈ, ਜਿਹਨੂੰ ਆਹ ਜਾਗਣਾ ਆਪਾਂ ਕਹਿੰਦੇ ਹਾਂ। ਇਹ ਜਾਗਣਾ ਨਹੀਂ, ਇਹ ਤਾਂ ਜਾਗਣਾ ਸਰੀਰ ਦਾ ਜਾਗਣਾ। ਮਨ ਦਾ ਜਾਗਣਾ ਜਿਹੜਾ ਉਹ ਹੋਰ ਹੈ। ਜੇ ਹੁਣ ਇੱਕ ਜੀਵ ਮੰਨ ਲਓ ਰਾਤ ਨੂੰ ਜਾਂ ਸਵੇਰੇ ਕੋਈ 2 ਵਜੇ ਉੱਠ ਖੜ੍ਹਦਾ, ਜਾਂ 1 ਵਜੇ ਜਾਂ 3 ਵਜੇ ਉੱਠ ਖੜ੍ਹਦਾ, ਜਾਂ ਕੋਈ 4-5 ਵਜੇ, ਜਿੰਨੇ ਵਜੇ ਵੀ ਉੱਠਦਾ। ਹੁਣ ਅਸੀਂ ਉੱਠੇ ਕਾਹਦੇ ਵਾਸਤੇ? ਬਈ ਅਸੀਂ ਉੱਠ ਕੇ ਗੁਰਬਾਣੀ ਪੜ੍ਹੀਏ,
ਜਾਂ ਅਸੀਂ ਉੱਠ ਕੇ ਸੇਵਾ ਕਰੀਏ। ਜਦੋਂ ਅਸੀਂ ਰਾਤ ਨੂੰ ਸੁੱਤੇ ਹੁੰਦੇ ਅਸੀਂ ਆਪਦੇ ਘਰ ਗਏ ਹੁੰਦੇ, ਆਪਦੇ ਦੇਸ਼ ਗਏ ਹੁੰਦੇ ਪਰਲੋਕ ਦੇ ਵਿੱਚ। ਉੱਥੇ ਜਾ ਕੇ ਸਾਡਾ ਮਨ ਜਾਗ ਪੈਂਦਾ, ਅਚਨਚੇਤ ਅਸੀਂ ਜਾਗਦੇ। ਤੇ ਜਦੋਂ ਅਸੀਂ ਇੱਧਰ ਆਏ, ਇੱਧਰ ਆ ਕੇ ਅਸੀਂ ਆਖਿਆ ਵੀ ਅਸੀਂ ਉੱਠੀਏ। ਜਦੋਂ ਅਸੀਂ ਉੱਠੇ, ਉੱਠ ਕੇ ਉੱਠਣ ਸਾਰ ਹੀ ਸਾਡਾ ਮਨ ਵਿਚਾਰਾਂ ਫੁਰਨਿਆਂ 'ਚ ਚਲਾ ਗਿਆ। ਤੇ ਜਦੋਂ ਅਸੀਂ ਵਿਚਾਰਾਂ ਫੁਰਨਿਆਂ 'ਚ ਚਲੇ ਗਏ ਤੇ ਸਮਝ ਲਓ ਅਸੀਂ ਸੌਂ ਗਏ। ਅਸੀਂ ਆਪਦੇ ਜਾਣੇ ਕਹਿੰਦੇ ਅਸੀਂ ਜਾਗ ਪਏ, ਅਸਲ 'ਚ ਅਸੀਂ ਜਾਗੇ ਨਹੀਂ, ਅਸੀਂ ਸੌਂ ਗਏ। ਮਤਲਬ ਇਹ ਖੇਲ ਹੈ ਜਿਹੜਾ ਇਹ ਉਲਟ ਹੈ, ਸੰਸਾਰ ਦਾ ਪੁੱਠਾ ਚੱਲਦਾ ਹੈ। ਗੁਰਬਾਣੀ 'ਚ ਆਪਾਂ ਨੂੰ ਸਿੱਧਾ ਦੱਸੇ ਸੰਸਾਰ ਦਾ ਪੁੱਠਾ ਚੱਲਦਾ ਹੈ। ਆਪਦੇ ਜਾਣੇ ਅਸੀਂ ਆਖਿਆ ਵੀ ਅਸੀਂ ਜਾਗੇ, ਤੇ ਜੇ ਸਾਡਾ ਮਨ ਵਿਚਾਰਾਂ 'ਚ ਚਲਿਆ ਗਿਆ, ਫੁਰਨਿਆਂ 'ਚ ਚਲਿਆ ਗਿਆ, ਅਸੀਂ ਉੱਦਾਂ ਗੁਰਬਾਣੀ ਪੜ੍ਹਨ ਲੱਗੇ, ਨਿਤਨੇਮ ਕਰਨ ਲੱਗੇ, ਮਨ ਸਾਡਾ ਵਿਚਾਰਾਂ 'ਚ ਬਾਹਰ ਭੱਜਿਆ ਫਿਰਦਾ ਫੁਰਨਿਆਂ ਦੇ ਵਿੱਚ। ਉਹ ਅਸੀਂ ਜਾਗੇ ਨਹੀਂ, ਉਹ ਅਸੀਂ ਸੁੱਤੇ ਹੋਏ। ਤੇ ਐਸਾ ਜਾਗਣ ਦੇ ਨਾਲੋਂ ਤੇ ਮਹਾਰਾਜ ਕਹਿੰਦੇ ਜੀਵ ਸੁੱਤਾ ਚੰਗਾ। ਵੀ ਜਦੋਂ ਤੁਸੀਂ ਸੁੱਤੇ ਹੋ ਤੁਹਾਨੂੰ ਕੋਈ ਚਿੰਤਾ ਫਿਕਰ ਤਾਂ ਨਹੀਂ, ਜਦੋਂ ਅਸੀਂ ਉੱਠੇ ਉਦੋਂ ਸਾਨੂੰ ਚਿੰਤਾ ਲੱਗ ਗਈ, ਫਿਕਰ ਲੱਗ ਗਿਆ, ਅਸੀਂ ਦੁਖੀ ਹੋ ਗਏ। ਤੇ ਐਸੇ ਜਾਗਣ ਨਾਲੋਂ ਫਿਰ ਮਹਾਰਾਜ ਕਹਿੰਦੇ ਜਾਗਣ ਤੇ ਸੁਪਨਾ ਭਲਾ, ਬਸੀਏ ਪ੍ਰਭ ਕੇ ਸੰਗ। ਵੀ ਇਹ ਜਾਗਣਾ ਨਹੀਂ ਜਿਹਨੂੰ ਸੰਸਾਰ ਜਾਗਣਾ ਕਹਿੰਦਾ, ਐਸੇ ਜਾਗਣ ਨਾਲੋਂ ਸੁਪਨਾ ਚੰਗਾ। ਜੇ ਅਸੀਂ ਜਾਗ ਕੇ ਵਿਚਾਰਾਂ 'ਚ ਹੀ ਜਾ ਕੇ ਸੌਂ ਜਾਣਾ, ਅਸੀਂ ਦੁਖੀ ਹੋਈ ਹੋਣਾ, ਤੇ ਉਦੋਂ ਤਾਂ ਸੁੱਤਾ ਹੀ ਰਵੇ ਜੀਵ। ਸੁੱਤੇ ਨੂੰ ਕਮ ਸੇ ਕਮ ਕੋਈ ਫਿਕਰ, ਕੋਈ ਚਿੰਤਾ ਤਾਂ ਨਹੀਂ ਹੈ, ਕੋਈ ਦੁੱਖ ਤਾਂ ਨਹੀਂ ਹੈ। ਤੇ ਅਸੀਂ ਉੱਠੇ ਤੇ ਅਸੀਂ ਦੁੱਖ ਸਹੇੜ ਲਏ ਸਗਾ। ਤੇ ਇਸ ਕਰਕੇ ਫਿਰ ਮਹਾਰਾਜ ਕਹਿੰਦੇ ਵੀ ਜੋ ਬ੍ਰਹਮ ਗਿਆਨੀ ਉਹ ਸਦਾ ਜਾਗਦਾ। ਜਾਗਣ ਦਾ ਭਾਵ ਇਹ ਨਹੀਂ ਵੀ ਉਹ ਸਰੀਰ ਕਰਕੇ ਸੌਂਦਾ ਨਹੀਂ, ਵੀ ਉਹ ਦਿਨ ਰਾਤ ਉੱਠ ਕੇ ਫਿਰਦਾ ਹੀ ਰਹਿੰਦਾ ਹੈ ਜਾਂ ਜਾਗਦਾ ਹੀ ਰਹਿੰਦਾ ਹੈ। ਜਾਗਣ ਦਾ ਭਾਵ ਉਹਦਾ ਮਨ ਜਾਗਦਾ। ਵੀ ਜਦੋਂ ਇੱਧਰ ਆਉਂਦਾ, ਇੱਧਰ ਆ ਕੇ ਵੀ ਉਹਦਾ ਮਨ ਜਾਗਤ ਅਵਸਥਾ 'ਚ, ਉਹ ਕਿਸੇ ਨਾਲ ਵੈਰ ਵਿਰੋਧ ਨਹੀਂ ਕਰੇਗਾ, ਨਹੀਂ ਵੈਰ ਵਿਰੋਧ ਕਰਦਾ, ਉਹ ਜਾਗਦਾ। ਕਿਸੇ ਦੀ ਉਹ ਨਿੰਦਿਆ ਨਹੀਂ ਕਰਦਾ, ਕਿਸੇ ਨਾਲ ਉਹ ਈਰਖਾ ਨਫ਼ਰਤ ਨਹੀਂ ਕਰਦਾ। ਤੇ ਉਹ ਜਾਗਣ ਦੀਆਂ ਨਿਸ਼ਾਨੀਆਂ ਨੇ। ਜੇ ਅਸੀਂ ਵੈਰ ਵਿਰੋਧ 'ਚ ਚਲੇ ਗਏ, ਈਰਖਾ ਨਫ਼ਰਤ 'ਚ ਚਲੇ ਗਏ, ਹਉਮੈ ਹੰਕਾਰ 'ਚ ਚਲੇ ਗਏ, ਤੇ ਸਮਝ ਲਓ ਅਸੀਂ ਸੁੱਤੇ ਪਏ ਹਾਂ, ਅਸੀਂ ਜਾਗੇ ਨਹੀਂ ਹੈ। ਤੇ ਜਾਗਣ ਦਾ ਭਾਵ ਹੁੰਦਾ ਹੈ ਵੀ ਜਦੋਂ ਅਸੀਂ ਸਿਮਰਨ ਅਭਿਆਸ ਕਰਦੇ ਹਾਂ, ਮਾਲਕ ਦੇ ਨਾਲ ਅਸੀਂ ਜੁੜੇ ਹੋਏ ਹਾਂ, ਉਦੋਂ ਕਹਿੰਦੇ ਵੀ ਇਹ ਜਾਗਤ ਅਵਸਥਾ 'ਚ ਨੇ, ਇਹ ਜਾਗੇ ਹੋਏ ਨੇ। ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਵੀ ਉਹ ਜਾਗਦਾ ਹੋਣ ਕਰਕੇ ਉਹਦੇ ਅੰਦਰ ਹੰਕਾਰ ਨਹੀਂ ਹੁੰਦਾ। ਉਹਦਾ ਮਨ ਹੈ ਜਿਹੜਾ ਉਹ ਨਿਮਰਤਾ 'ਚ ਸਹੀ ਦੇ ਵਿੱਚ ਰਹਿੰਦਾ। ਤੇ ਇਸ ਕਰਕੇ ਫਿਰ ਉਹ ਇੱਧਰ ਵੀ ਜਾਗਦਾ, ਇਸ ਲੋਕ ਵਿੱਚ ਵੀ। ਤੇ ਜਦੋਂ ਉਹ ਆਪਦੇ ਘਰ ਜਾਂਦੇ ਪਰਲੋਕ ਵਿੱਚ, ਉੱਥੇ ਵੀ ਜਾਗਦੇ। ਜਿਵੇਂ ਆਪਾਂ ਤਾਂ ਅਚਨਚੇਤ ਜਾਗ ਕੇ ਸੁਪਨਾ ਦੇਖਣ ਲੱਗ ਜਾਂਦੇ, ਉਹ ਸੁਪਨਾ ਨਹੀਂ ਦੇਖਦੇ, ਉਹ ਆਪਦੀ ਮਰਜ਼ੀ ਨਾਲ ਚੱਲਦੇ, ਆਪਦੀ ਇੱਛਾ ਨਾਲ ਚੱਲਦੇ। ਜੇ ਕਿਸੇ ਨੂੰ ਮਿਲਣਾ ਚਾਹੁੰਦੇ ਉਹ ਮਿਲ ਸਕਦੇ ਨੇ। ਤੇ ਇਸ ਵਾਸਤੇ ਫਿਰ ਉਹਨੂੰ ਕਹਿੰਦੇ ਬ੍ਰਹਮ ਗਿਆਨੀ ਸਦਾ ਸਦ ਜਾਗਤ, ਬ੍ਰਹਮ ਗਿਆਨੀ ਅਹੰ ਬੁੱਧ ਤਿਆਗ 'ਚ। ਵੀ ਉਹ ਜਿਹੜਾ ਫਿਰ ਹੰਕਾਰ ਆ, ਉਹ ਹੰਕਾਰ ਨੂੰ ਤਿਆਗ ਦਿੰਦਾ ਹੈ। ਉਹਨਾਂ ਦੇ ਅੰਦਰ ਹੰਕਾਰ ਨਹੀਂ ਹੁੰਦਾ, ਉਮੇ ਨਹੀਂ ਹੁੰਦਾ। ਅਹੰ ਬੁੱਧ ਆਪਣੀ ਜਿਹੜੀ ਮੱਤ, ਆਪਦੀ ਮੱਤ ਛੱਡ। ਸੋ ਫਿਰ ਮਹਾਰਾਜ ਦੱਸਦੇ ਬ੍ਰਹਮ ਗਿਆਨੀ ਕੇ ਮਨ ਪਰਮ ਆਨੰਦ, ਬ੍ਰਹਮ ਗਿਆਨੀ ਕੇ ਘਰ ਸਦਾ ਆਨੰਦ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਈ ਜੋ ਮਾਲਕ ਕਾਲ ਪੁਰਖ, ਜੋ ਪਰਮ ਆਨੰਦ, ਬ੍ਰਹਮ ਗਿਆਨੀ ਦੇ ਘਰ ਦੇ ਵਿੱਚ ਸਦਾ ਆਨੰਦ, ਸਦਾ ਸੁੱਖ ਹੀ ਸੁੱਖ। ਕਿਹੜੇ ਘਰ ਦੇ ਵਿੱਚ? ਮਨ ਹਿਰਦੇ ਘਰ ਦੇ ਵਿੱਚ। ਵੀ ਉਹਨਾਂ ਦਾ ਮਨ ਹੈ ਜਿਹੜਾ ਉਹ ਕਦੇ ਅਸ਼ਾਂਤ, ਕਦੇ ਦੁਖੀ ਨਹੀਂ ਹੁੰਦਾ, ਸਦਾ ਸਹਿਜ ਦੇ ਵਿੱਚ, ਸਦਾ ਸੁਖੀ ਵਸਦੇ ਨੇ। ਇਸ ਲਈ ਉਹ ਜੋ ਪਰਮ ਆਨੰਦ ਹੈ ਮਾਲਕ, ਉਹਨਾਂ ਦੇ ਹਿਰਦੇ ਵਿੱਚ ਵਸਦਾ ਹੈ। ਹਿਰਦੇ ਵਿੱਚ ਵਸਣ ਕਰਕੇ, ਉਹਨਾਂ ਦੇ ਘਰ 'ਚ ਸੁੱਖ ਹੋਣ ਕਰਕੇ, ਇਸ ਕਰਕੇ ਉਹ ਸਦਾ ਖਿੜੇ ਰਹਿੰਦੇ, ਸਦਾ ਆਨੰਦ ਅਵਸਥਾ 'ਚ ਰਹਿੰਦੇ।
ਤਾਈਓ ਇਹ ਫਿਰ ਨਿਸ਼ਾਨੀ ਗੁਰਮੁਖਾਂ ਦੀ, ਬ੍ਰਹਮ ਗਿਆਨੀ ਦੀ, ਉਹ ਸਾਨੂੰ ਕਦੇ ਦੁਖੀ ਨਜ਼ਰ ਨਹੀਂ ਆਏਗਾ। ਉਹ ਹਮੇਸ਼ਾ ਸਹਿਜ ਦੇ ਵਿੱਚ ਸਦਾ ਸੁਖੀ ਹੀ ਰਹੇਗਾ, ਕਿਉਂਕਿ ਉਹਦਾ ਮਨ ਆਨੰਦ ਦੇ ਵਿੱਚ, ਮਨ ਸੁਖੀ। ਇੱਧਰ ਜਦੋਂ ਅਸੀਂ ਮਾਇਆ ਦੇ ਘਰ ਵਿੱਚ ਰਹਿੰਦੇ, ਮਾਇਆ ਦੇ ਘਰ 'ਚ ਸੁੱਖ ਨਹੀਂ ਹੈ, ਸਾਡੇ ਘਰ ਦੇ ਵਿੱਚ ਸੁੱਖ ਹੈ। ਤੇ ਗੁਰਮੁਖ ਨੇ ਜਿਹੜੇ ਬ੍ਰਹਮ ਗਿਆਨੀ, ਉਹ ਆਪਣੇ ਘਰ 'ਚ ਵੱਸਦੇ, ਇਸ ਲਈ ਘਰ ਦੇ ਵਿੱਚ ਸੁੱਖ ਹੀ ਸੁੱਖ, ਆਨੰਦ ਹੀ ਆਨੰਦ ਹੈ। ਤਾਈਓ ਆਪਾਂ ਨੂੰ ਵੀ ਕਹਿੰਦੇ ਵੀ ਤੁਸੀਂ ਵੀ ਇੱਕ ਵਾਰ ਘਰ ਚੱਲੋ, ਘਰ ਜਾ ਕੇ ਘਰ ਦਾ ਆਨੰਦ ਮਾਣੋ, ਸੁੱਖ ਲਵੋ। ਫਿਰ ਉਹੀਓ ਸੁੱਖ, ਉਹੀਓ ਆਨੰਦ ਜਦੋਂ ਅਸੀਂ ਘਰ ਤੋਂ ਬਾਹਰ ਆਉਂਦੇ ਹਾਂ, ਫਿਰ ਅਸੀਂ ਉਹੀਓ ਭਾਲਦੇ ਹਾਂ ਵੀ ਜਿਹੜਾ ਸੁੱਖ ਸਾਡੇ ਘਰ ਵਿੱਚ ਹੈ, ਉਹੀਓ ਸੁੱਖ ਸਹੂਲਤਾਂ ਸਾਨੂੰ ਬਾਹਰ ਵੀ ਪ੍ਰਾਪਤ ਹੋਣ। ਫਿਰ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਵੀ ਤੁਸੀਂ ਸਿਮਰਨ ਕਰੋ, ਸਤ ਸੰਗਤ ਕਰੋ। ਫਿਰ ਅਸੀਂ ਆਪਦੇ ਆਪ ਹੀ ਕਰਦੇ ਹਾਂ, ਸਾਨੂੰ ਪਤਾ ਲੱਗ ਜਾਂਦਾ ਵੀ ਅਸੀਂ ਹੁਣ ਬਗਾਨੇ ਘਰ ਆਏ ਹਾਂ, ਬਗਾਨੇ ਦੇਸ਼ ਆਏ ਹਾਂ, ਸਾਨੂੰ ਸੁੱਖ ਤਾਂ ਮਿਲੇਗਾ ਜੇ ਅਸੀਂ ਸਿਮਰਨ ਕਰਾਂਗੇ। ਇਸ ਲਈ ਮਹਾਰਾਜ ਫਰਮਾਉਂਦੇ, ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ, ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਫਿਰ ਅਸੀਂ ਆਪਦੇ ਆਪ ਹੀ ਗੁਰਮੰਤਰ ਨੂੰ ਦ੍ਰਿੜ ਕਰਦੇ ਹੀ ਰਹਿੰਦੇ ਹਾਂ, ਆਪਦੇ ਆਪ ਹੀ ਸਿਮਰਨ ਕਰਦੇ ਹੀ ਰਹਿੰਦੇ ਹਾਂ। ਵੀ ਪਤਾ ਲੱਗ ਗਿਆ ਵੀ ਸਾਡੇ ਘਰ 'ਚ ਤਾਂ ਸੁੱਖ ਹੈਗਾ ਹੀ, ਆਪਾਂ ਘਰ ਚਲੇ ਗਏ, ਉੱਥੇ ਸਾਨੂੰ ਸਿਮਰਨ ਦੀ ਲੋੜ ਨਹੀਂ। ਜਦੋਂ ਅਸੀਂ ਘਰ ਤੋਂ ਬਾਹਰ ਆਉਂਦੇ ਹਾਂ, ਇੱਧਰ ਮਾਇਆ ਦੇ ਘਰ ਆ ਗਏ, ਕਾਲ ਦੇ ਦੇਸ਼ ਆ ਗਏ, ਇੱਧਰ ਸਿਮਰਨ ਦੀ ਲੋੜ ਹੈ। ਕਿਉਂਕਿ ਇੱਧਰ ਆ ਕੇ ਆਪਾਂ ਪਰਦੇਸ਼ 'ਚ ਆ ਗਏ, ਬਗਾਨੇ ਘਰ ਆ ਗਏ। ਜਿਵੇਂ ਮੰਨ ਲਓ ਵੀ ਉਦਾਹਰਨ ਦੇ ਤੌਰ 'ਤੇ ਆਪਾਂ ਆ ਦੇਸ਼ ਵਿੱਚ ਰਹਿੰਦੇ ਆਪਣੇ, ਇੱਥੇ ਮੰਨ ਲਓ ਵੀ ਆਪਾਂ ਨਹੀਂ ਵੀ ਕਈ ਵਾਰੀ ਕੰਮ ਕਰਦੇ ਸੰਸਾਰੀ ਤੌਰ 'ਤੇ, ਆਪਣਾ ਫਿਰ ਵੀ ਸਰ ਜਾਂਦਾ। ਜਦੋਂ ਅਸੀਂ ਕਿਤੇ ਬਾਹਰ ਹੋਰ ਪਰਦੇਸ਼ 'ਚ ਚਲੇ ਗਏ, ਉੱਥੇ ਸਾਨੂੰ ਜਾ ਕੇ ਕੰਮ ਕਰਨਾ ਹੀ ਪੈਣਾ, ਉੱਥੇ ਸਰਦਾ ਨਹੀਂ, ਉੱਥੇ ਵਿਹਲਾ ਨਹੀਂ ਰਹਿ ਸਕਦਾ ਜੀ। ਜਿਵੇਂ ਹੁਣ ਇੱਥੋਂ ਜੀਵ ਚਲੇ ਜਾਂਦੇ ਪਰਦੇਸਾਂ ਦੇ ਵਿੱਚ, ਉੱਥੇ ਵਿਹਲੇ ਨਹੀਂ ਰਹਿ ਸਕਦੇ, ਉੱਥੇ ਕਰਨਾ ਹੀ ਪੈਣਾ। ਇਸੇ ਤਰ੍ਹਾਂ ਹੀ ਜਦੋਂ ਤਾਂ ਅਸੀਂ ਆਪਦੇ ਦੇਸ਼ ਹੁੰਦੇ, ਆਪਦੇ ਘਰ ਹੁੰਦੇ, ਸਾਨੂੰ ਉੱਥੇ ਕਰਨ ਦੀ ਲੋੜ ਨਹੀਂ। ਉੱਥੇ ਅਸੀਂ ਮਾਤਾ ਪਿਤਾ ਦੀ ਗੋਦ 'ਚ ਹੁੰਦੇ, ਆਪਦੇ ਘਰ ਹੁੰਦੇ ਹਾਂ, ਉੱਥੇ ਅਸੀਂ ਸੁਖੀ ਵੱਸਦੇ ਹਾਂ, ਆਨੰਦ ਵੱਸਦਾ। ਜਦੋਂ ਅਸੀਂ ਪਰਦੇਸ ਆ ਗਏ, ਬਗਾਨੇ ਦੇਸ਼ ਆ ਗਏ, ਇੱਥੇ ਸਾਨੂੰ ਕਰਨਾ ਪੈਣਾ। ਇੱਥੇ ਕਰੇ ਤੋਂ ਬਿਨਾਂ ਸਾਡਾ ਸਰਨਾ ਨਹੀਂ, ਇੱਥੇ ਸਾਡਾ ਛੁਟਕਾਰਾ ਹੋਣਾ ਨਹੀਂ ਕਰਨ ਤੋਂ ਬਿਨਾਂ, ਇਹ ਸਾਨੂੰ ਕਰਨਾ ਹੀ ਪੈਣਾ। ਇਸ ਲਈ ਮਹਾਰਾਜ ਕਹਿੰਦੇ, ਕਹੋ ਨਾਨਕ ਇਹੋ ਤਤ ਵਿਚਾਰਾ, ਬਿਨ ਹਰਿ ਭਜਨ ਨਾਹੀ ਛੁਟਕਾਰਾ। ਬਈ ਇੱਥੇ ਸਾਨੂੰ ਕਰਨਾ ਹੀ ਪੈਂਦਾ। ਤੇ ਜਿਵੇਂ ਜਦੋਂ ਬੱਚਾ ਪਰਦੇਸ ਚਲਾ ਜਾਂਦਾ ਨਾ, ਉਹਨੂੰ ਉੱਥੇ ਜਾ ਕੇ ਫਿਰ ਮਾਂ ਪਿਓ ਦਾ ਚਿੱਤੇ ਆਉਂਦਾ ਵੀ ਇੱਥੇ ਤਾਂ ਮਾਤਾ ਪਿਤਾ ਕੋਲ ਉਹਨੂੰ ਪਤਾ ਹੈ ਵੀ ਜੇ ਮੈਂ ਨਹੀਂ ਵੀ ਕਰਦਾ ਕੁਛ ਤਾਂ ਵੀ ਮਾਤਾ ਨੇ ਮੈਨੂੰ ਦੇ ਹੀ ਦੇਣੀਆਂ, ਪੱਕੀਆਂ ਪਕਾਈਆਂ ਮਿਲ ਹੀ ਜਾਣੀ। ਉੱਥੇ ਜਾ ਕੇ ਆਪ ਮਿਹਨਤ ਕਰਨੀ ਪੈਂਦੀ, ਫਿਰ ਪਤਾ ਲੱਗਦਾ, ਫਿਰ ਘਰ ਦੀ ਯਾਦ ਆਉਂਦੀ, ਫਿਰ ਮਾਂ ਪਿਓ ਦੀ ਯਾਦ ਆਉਂਦੀ। ਇਸੇ ਤਰ੍ਹਾਂ ਹੀ ਜਦੋਂ ਅਸੀਂ ਆਪਦੇ ਘਰ ਹੁੰਦੇ ਹਾਂ, ਉੱਥੇ ਸਾਨੂੰ ਕੁਛ ਕਰਨ ਦੀ ਲੋੜ ਨਹੀਂ, ਆਪਦੇ ਦੇਸ਼ ਕੁਛ ਕਰਨ ਦੀ ਲੋੜ ਨਹੀਂ। ਮਾਤਾ ਪਿਤਾ ਕੋਲ ਸਾਰਾ ਫਿਕਰ ਮਾਂ ਪਿਓ ਨੂੰ। ਜਦੋਂ ਇੱਧਰ ਆ ਗਏ, ਪਰਦੇਸ ਆ ਗਏ, ਤੇ ਫਿਰ ਇੱਥੇ ਆ ਕੇ ਸਾਨੂੰ ਕਿਰਤ ਕਰਨੀ ਪੈਂਦੀ, ਇੱਥੇ ਕਰਮ ਕਰਨਾ ਪੈਂਦਾ, ਇੱਥੇ ਸਾਨੂੰ ਸਿਮਰਨ ਕਰਨਾ ਪੈਂਦਾ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਬਈ ਜੋ ਬ੍ਰਹਮ ਗਿਆਨੀ ਹੈ ਉਹਦੇ ਘਰ ਸਦਾ ਆਨੰਦ ਹੈ। ਕਿਉਂ ਆਨੰਦ ਹੈ ਸਦਾ? ਕਿਉਂਕਿ ਉਹ ਘਰ ਦੇ ਵਿੱਚ ਵਸਦੇ, ਕਿਉਂਕਿ ਹੁਕਮ ਦੇ ਵਿੱਚ, ਤਾਂ ਕਰਕੇ ਆਨੰਦ ਹੈ। ਤੇ ਅਸੀਂ ਹੁਕਮ ਤੋਂ ਆਕੀ ਹੋ ਗਏ, ਘਰ ਤੋਂ ਬਾਹਰ ਆ ਗਏ, ਤਾਂ ਕਰਕੇ ਅਸੀਂ ਦੁਖੀ ਹਾਂ, ਤਾਂ ਕਰਕੇ ਅਸੀਂ ਅਸ਼ਾਂਤ ਹਾਂ। ਫਿਰ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ, ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ, ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼। ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਜਿਹੜਾ ਉਹ ਸੁੱਖ ਦੇ ਵਿੱਚ ਸਦਾ ਤੇ ਸਹਿਜ ਦੇ ਵਿੱਚ ਉਹ ਨਿਵਾਸ ਕਰਦਾ ਹੈ। ਉਹਦਾ ਜਿਹੜਾ ਮਨ ਦਾ ਨਿਵਾਸ ਸਥਾਨ ਉਹ ਸਹਿਜ,
ਸਹਿਜ ਹੈ ਜਿਹੜਾ ਇਹ ਆਪਣਾ ਘਰ ਹੈ। ਜਦੋਂ ਅਸੀਂ ਸਹਿਜ ਦੇ ਵਿੱਚ ਚਲੇ ਗਏ ਸਾਨੂੰ ਉੱਥੇ ਸੰਸਾਰ ਦਾ ਦੁੱਖ ਸੁੱਖ ਹੈ ਜਿਹੜਾ ਇਹ ਨਹੀਂ ਲੱਗਦਾ। ਜਿਸ ਨੂੰ ਮਾਰੇ ਫਰਮਾਉਂਦੇ ਗੁਰਮੁਖਾਂ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ਼, ਤਿੱਥੇ ਊਂਘ ਨ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖ ਵਾਸ, ਨਾਨਕ ਦੁੱਖ ਸੁਖ ਵਿਆਪਤ ਨਹੀਂ, ਜਿੱਥੇ ਆਤਮ ਰਾਮ ਪ੍ਰਗਾਸ। ਬਈ ਜੋ ਸਹਿਜ ਹੈ ਉਹ ਸਾਡਾ ਘਰ ਹੈ। ਜਦੋਂ ਅਸੀਂ ਸਹਿਜ ਦੇ ਵਿੱਚ ਨਿਵਾਸ ਕਰ ਗਏ ਤੇ ਫਿਰ ਉੱਥੇ ਸਾਨੂੰ ਇਹ ਸੰਸਾਰ ਦਾ ਜਿਹੜਾ ਦੁੱਖ ਸੁੱਖ ਇਹ ਨਹੀਂ ਵਿਆਪਦਾ, ਇਹ ਨਹੀਂ ਲੱਗਦਾ, ਇਹ ਤੋਂ ਸਾਡਾ ਮਨ ਉੱਪਰ ਉੱਠ ਜਾਂਦਾ। ਤੇ ਇਸ ਕਰਕੇ ਸਹਿਜ ਸਾਡਾ ਘਰ ਹੈ। ਉੱਥੇ ਜਾਵਾਂਗੇ, ਉੱਥੇ ਸਾਨੂੰ ਸਾਡੀ ਜੋ ਖੁਰਾਕ ਅੰਮ੍ਰਿਤ ਰਸ ਉਹ ਮਿਲੇਗਾ। ਜਿਸ ਨੂੰ ਮਾਰੇ ਫਿਰ ਸਾਨੂੰ ਸਮਝਾਉਂਦੇ ਵੀ ਜਦੋਂ ਅਸੀਂ ਥੋੜ੍ਹਾ ਜਿਹਾ ਵੀ ਸਹਿਜ ਵਿੱਚ ਜਾਂਦੇ ਉਦੋਂ ਹੀ ਸਾਡਾ ਜਿਹੜਾ ਮੁੱਖ ਮਿੱਠਾ ਹੋਣਾ ਸ਼ੁਰੂ ਹੋ ਜਾਂਦਾ। ਸਹਿਜ ਆਨੰਦ ਹੋਆ ਬੜ ਭਾਗੀ ਮਨ ਹਰ ਹਰ ਮੀਠਾ ਲਾਇਆ। ਵੀ ਇੱਕ ਤਾਂ ਥੋੜ੍ਹਾ ਥੋੜ੍ਹਾ ਮਿੱਠਾ ਹੁੰਦਾ, ਜਦੋਂ ਅਸੀਂ ਪੂਰਾ ਸਹਿਜ ਦੇ ਵਿੱਚ ਪ੍ਰਵੇਸ਼ ਕਰ ਜਾਂਦੇ ਫਿਰ ਉਹ ਅੰਮ੍ਰਿਤ ਦੀ ਧਾਰ ਵਗਣ ਲੱਗ ਜਾਂਦੀ। ਤੇ ਇਸ ਵਾਸਤੇ ਫਿਰ ਉਦੋਂ ਸਾਨੂੰ ਅਮਰ ਪਦ ਵੀ ਮਿਲ ਜਾਂਦੀ। ਅੰਮ੍ਰਿਤ ਪੀਵੇ ਅੰਮ੍ਰਿਤ ਹੋਵੇ, ਜਦੋਂ ਅੰਮ੍ਰਿਤ ਪੀ ਲਿਆ ਤੇ ਅਮਰ ਹੋ ਗਈ। ਇਸ ਲਈ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਦਾ ਫਿਰ ਕਦੇ ਵਿਨਾਸ਼ ਨਹੀਂ ਹੁੰਦਾ। ਮਤਲਬ ਕਿ ਬਈ ਉਹ ਸਹਿਜ ਦੇ ਵਿੱਚ ਚਲੇ ਗਏ, ਉਹਨਾਂ ਨੇ ਅੰਮ੍ਰਿਤ ਰਸ ਚੱਖ ਲਿਆ, ਉਹ ਸਦਾ ਵਾਸਤੇ ਅਮਰ ਹੋ ਗਏ। ਇਸ ਕਰਕੇ ਉਹਨਾਂ ਦਾ ਕਦੇ ਵਿਨਾਸ਼ ਨਹੀਂ ਹੋਏਗਾ, ਉਹ ਜਨਮ ਮਰਨ ਤੋਂ ਰਹਿਤ ਹੋ ਗਏ। ਉਹ ਸਦਾ ਵਾਸਤੇ ਅਵਿਨਾਸੀ ਨੂੰ ਮਿਲ ਕੇ ਉਹ ਅਵਿਨਾਸੀ ਹੀ ਹੋ ਗਏ, ਉਹਦੇ ਵਿੱਚ ਹੀ ਲੀਨ ਹੋ ਗਏ। ਇਸ ਲਈ ਹੁਣ ਆਪਾਂ ਨੂੰ ਵੀ ਸਮਝਾਉਂਦੇ ਵੀ ਆਪਾਂ ਵੀ ਸਹਿਜ ਵਿੱਚ ਜਾਣਾ, ਸਹਿਜ ਆਪਣਾ ਘਰ ਹੈ ਤੇ ਸਹਿਜ ਵਿੱਚ ਜਾਣ ਵਾਸਤੇ ਹੀ ਫਿਰ ਇਹ ਆਪਾਂ ਜਿਹੜਾ ਇਹ ਸਿਮਰਨ ਕਰਦੇ, ਕਿਉਂਕਿ ਇੱਧਰ ਵਿਚਾਰਾਂ ਦੇ ਵਿੱਚ ਫੁਰਨਿਆਂ ਦੇ ਵਿੱਚ ਸਹਿਜ ਨਹੀਂ ਹੈ। ਮਾਰੇ ਫਰਮਾਉਂਦੇ ਕਰਮੀ ਸਹਿਜ ਨਾ ਉਪਜੇ, ਬਿਨ ਸਹਿਜੇ ਸਹਿੰਸਾ ਨਾ ਜਾਏ। ਇੱਧਰ ਜਿਹੜਾ ਕਰਮ ਕੀ ਹੈ, ਸਾਡੇ ਵਿਚਾਰ ਜਿਹੜਾ ਇਹ ਮਨ ਦੇ ਕਰਮ ਨੇ। ਜਦ ਤੱਕ ਸਾਡਾ ਮਨ ਵਿਚਾਰਾਂ 'ਚ ਫੁਰਨਿਆਂ 'ਚ ਉਹਨਾਂ ਸਮਾਂ ਸਹਿਜ ਵਿੱਚ ਨਹੀਂ ਜਾਏਗਾ। ਤੇ ਜਦ ਤੱਕ ਅਸੀਂ ਸਹਿਜ 'ਚ ਨਹੀਂ ਜਾਂਦੇ ਸਾਡੇ ਸਹਿੰਸੇ ਫਿਕਰ ਚਿੰਤਾਵਾਂ ਹੀ ਖਤਮ ਨਹੀਂ ਹੋਣੀਆਂ। ਸੋ ਇਸ ਵਾਸਤੇ ਇਹਨਾਂ ਵਿਚਾਰਾਂ ਨੂੰ ਰੋਕਣ ਵਾਸਤੇ ਫਿਰ ਇਹ ਮਨ ਨੂੰ ਕਰਮ ਤੋਂ ਵਿਹਲਾ ਕਰਨ ਵਾਸਤੇ ਇਹਦੇ ਸਿਮਰਨ ਅਭਿਆਸ ਹੈ। ਜਿਉਂ-ਜਿਉਂ ਅਸੀਂ ਸਿਮਰਨ ਕਰਾਂਗੇ ਇਹ ਸਾਡੇ ਕਰਮਾਂ ਦਾ ਨਾਸ ਹੋਏਗਾ। ਕਰਮ ਕੀ ਵਿਚਾਰ, ਸਾਡੇ ਵਿਚਾਰਾਂ ਦਾ ਨਾਸ ਹੋਏਗਾ। ਤੇ ਫਿਰ ਅਸੀਂ ਜਦੋਂ ਵਿਚਾਰਾਂ ਦਾ ਬਿਲਕੁਲ ਨਾਸ ਹੋ ਗਿਆ ਕਰਮਾਂ ਦਾ, ਤੇ ਫਿਰ ਅਸੀਂ ਸਹਿਜ ਦੇ ਵਿੱਚ ਸਮਾ ਜਾਵਾਂਗੇ। ਫਿਰ ਜਦੋਂ ਸਹਿਜ 'ਚ ਚਲੇ ਗਏ ਸਾਡੇ ਅੰਦਰ ਪ੍ਰਕਾਸ਼ ਹੋ ਜਾਣਾ, ਜਿਹਨੂੰ ਮਹਾਰਾਜ ਕਹਿੰਦੇ ਬਾਹਰ ਭੀਤਰ ਭਇਆ ਪ੍ਰਗਾਸ, ਤਾਂ ਹੋਆ ਸਰਬ ਕਰਮ ਕਾ ਨਾਸ। ਵੀ ਜਦੋਂ ਸਾਡੇ ਅੰਦਰ ਬਾਹਰ ਪ੍ਰਕਾਸ਼ ਹੋ ਗਿਆ ਸਾਰੇ ਜਿਹੜੇ ਕਰਮ ਮੰਦੇ ਖਤਮ ਹੋ ਗਏ, ਵਿਚਾਰ ਖਤਮ ਹੋ ਗਏ ਤੇ ਸਾਰੇ ਕਰਮਾਂ ਦਾ ਨਾਸ ਹੋ ਗਿਆ। ਆਓ ਹੁਣ ਕਿਵੇਂ ਅਸੀਂ ਇਹਨਾਂ ਕਰਮਾਂ ਦਾ ਨਾਸ ਕਰਨ, ਜੋ ਮਹਾਰਾਜ ਆਪਾਂ ਨੂੰ ਇਹ ਸਾਸਗਿਰ ਸਿਮਰਨ ਦੱਸਦੇ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਗੁਰੂ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਗੁਰਮੁਖ ਪਿਆਰਿਓ, ਆਪਾਂ ਨੂੰ ਮਨ ਨੂੰ ਜਗਾਉਣ ਵਾਸਤੇ ਜੋ ਮਹਾਰਾਜ ਸਿਮਰਨ ਅਭਿਆਸ ਦੱਸਦੇ, ਜਿਉਂ-ਜਿਉਂ ਹੁਣ ਆਪਾਂ ਇਹ ਸਿਮਰਨ ਕਰਾਂਗੇ ਤੇ ਉਹਦੇ ਸਾਡਾ ਮਨ ਜਾਗਤ ਅਵਸਥਾ 'ਚ ਮਹਾਰਾਜ ਫਰਮਾਉਂਦੇ, ਸਿਮਰ 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 ਗੁਰ ਆਪਣਾ ਸੋਇਆ ਮਨ ਜਗਾਈ, ਕਿ ਸਿਮਰਨ ਕਰਕੇ ਸੁਤੇ ਹੋਏ ਮਨ ਨੂੰ ਜਗਾ ਲਓ। ਸੋ ਇਸ ਵਾਸਤੇ ਹੁਣ ਇਹ ਆਪਾਂ ਵੱਧ ਤੋਂ ਵੱਧ ਸਿਮਰਨ ਕਰਨਾ, ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰਨਾ, ਖੋਜਣਾ ਅਤੇ ਵੱਧ ਤੋਂ ਵੱਧ ਇਹ ਆਪਾਂ ਸਤਸੰਗਤ ਕਰਨੀ ਹੈ। ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਕਿ ਜੋ ਆਪਣੇ ਜੀਵਨ ਦਾ ਮਨੋਰਥ ਹੈ ਪਰਮਾਤਮਾ ਨਿਰੰਕਾਰ ਨੂੰ ਮਿਲਣਾ, ਕਿਵੇਂ ਆਪਾਂ ਮਿਲ ਸਕਦੇ ਹਾਂ, ਉਹ ਆਪਾਂ ਨੂੰ ਗੁਰਮੁਖਾਂ ਨੇ ਬੜਾ ਸੌਖਾ ਕਰਕੇ ਸਮਝਾਇਆ ਤੇ ਆਪਾਂ ਸਾਰੇ ਹੀ ਮਿਲ ਸਕਦੇ। ਗੁਰਬਾਣੀ ਗੁਰੂ ਸਾਨੂੰ ਸਾਰਿਆਂ ਨੂੰ ਸੰਬੋਧਨ ਕਰਕੇ ਕਹਿ ਰਹੇ ਕਿ ਹੁਣ ਸਾਨੂੰ ਵਾਰੀ ਹੈ, ਹੁਣ ਤੁਸੀਂ ਮਿਲ ਸਕਦੇ। ਰੋਜ਼ ਫਰਮਾਉਂਦੇ, ਭਾਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਾਰੀ ਹੈ। ਕਿ ਹੁਣ ਵਾਰੀ ਹੈ, ਜਿੰਨਾ ਸਮਾਂ ਸਾਡੇ ਕੋਲ ਸਵਾਸਾਂ ਦਾ ਧਨ ਹੈਗਾ ਇਹ ਸਾਨੂੰ ਵਾਰੀ ਹੈ, ਤੇ ਜਦੋਂ ਧਨ ਖਤਮ ਹੋ ਗਿਆ ਵਾਰੀ ਲੰਘ ਗਈ।
ਸੋ ਇਸ ਵਾਸਤੇ ਇਹ ਪਹਿਲਾਂ ਆਪਾਂ ਨੂੰ ਵਾਰੀ ਪਹਿਲਾਂ ਵੀ ਮਿਲਦੀ ਰਹੀ, ਆਪਾਂ ਇੱਦਾਂ ਹੀ ਲਗਾਉਂਦੇ ਰਹੇ। ਐਤਕੀ ਹੁਣ ਆਪਾਂ ਨੂੰ ਇਹ ਵਾਰੀ ਮਿਲੀ, ਹੁਣ ਆਪਾਂ ਇਸ ਨੂੰ ਇੱਦਾਂ ਨਹੀਂ ਲਗਾਉਣਾ, ਆਪਾਂ ਇਹਦੇ ਵਿੱਚ ਰਹਿੰਦੇ ਰਹਿੰਦੇ ਮਾਲਕ ਨਾਲ ਮਿਲਾਪ ਕਰ ਲੈਣਾ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦੇ ਹੋਏ ਆ। ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।